ਜ਼ਿੰਮੇਵਾਰ ਸਭ ਤੋਂ ਵੱਧ ਕਿਹਨੂੰ ਮੰਨਦੇ ਨੇ ਪੰਜਾਬੀ ਭਾਸ਼ਾ ਦੇ ਖਾਤਮੇ ਦਾ? ਸਾਡੇ ਬੱਚੇ ਗੁਰਮੁਖੀ 'ਚ ਹੁਕਮਨਾਮਾ ਪੜ੍ਹਨ ਤੋਂ ਸਮਰੱਥ ਹੋ ਗਏ। ਸੋ ਇਟ ਇਜ਼ ਦ ਫਰਸਟ ਵਿਸਲ। ਇਹ ਪਹਿਲੀ ਸੀਟੀ ਆ ਸਾਨੂੰ ਜਗਾਉਣ ਲਈ ਕਿ ਜਿਹੜੇ ਤੁਹਾਡੇ ਵਿਦੇਸ਼ਾਂ 'ਚ ਪੜ੍ਹਦੇ ਬੱਚੇ ਆ ਉਹ ਉਸ ਭਾਸ਼ਾ ਨੂੰ ਪੜ੍ਹਨ ਤੋਂ ਸਮਰੱਥ ਹੋ ਗਏ ਆ। ਅੱਜ ਸੰਸਕ੍ਰਿਤ ਮੈਨੂੰ ਨਹੀਂ ਆਉਂਦੀ। ਮੈਂ ਹਿੰਦੂ ਪਰਿਵਾਰ 'ਚ ਜੰਮਿਆ, ਮੈਂ ਬ੍ਰਾਹਮਣ ਪਰਿਵਾਰ 'ਚ ਜੰਮਿਆ, ਮੇਰੇ ਘਰ 'ਚ ਜਿਹੜੇ ਗ੍ਰੰਥ ਪਏ ਆ, ਪਰ ਮੈਨੂੰ ਨਹੀਂ ਆਉਂਦਾ। ਪਰ ਮੈਂ ਚੌਕਸ ਜ਼ਰੂਰ ਕਰ ਰਿਹਾ ਕਿ ਪੰਜਾਬੀਆਂ ਨੂੰ ਤੁਸੀਂ ਆਪਣੇ ਆਪਣੇ ਘਰਾਂ 'ਚ ਪੰਜਾਬੀ ਬੱਚੇ ਪੈਦਾ ਕਰੋ। ਸਿਰਫ ਬਾਇਓਲੋਜੀਕਲੀ ਆਪਣੇ ਬੱਚੇ ਪੈਦਾ ਕਰਕੇ ਤੁਸੀਂ ਪੰਜਾਬੀ ਬੱਚੇ ਨਹੀਂ ਸਿਰਜ ਰਹੇ। ਜੇ ਉਹਨਾਂ ਦੇ ਸੁਭਾਅ ਨਹੀਂ ਪੰਜਾਬੀ ਹੈ ਤਾਂ ਉਹ ਪੰਜਾਬੀ ਬੱਚੇ ਨਹੀਂ ਹੈ। ਅੱਜ ਤੋਂ 20 ਸਾਲ ਬਾਅਦ ਪੰਜਾਬੀ ਕਿੱਥੇ ਖੜੀ? ਮੈਂ ਤੁਹਾਨੂੰ ਦੱਸਦਾ, ਮੈਂ ਨਾ ਇਸ ਗੱਲ ਤੇ ਭਰਮ 'ਚ ਕੋਈ ਰਹਿਣਾ ਨਹੀਂ ਚਾਹੀਦਾ ਕਿ ਜੀ ਪੰਜਾਬੀ ਖਤਮ ਨਹੀਂ ਹੋਊਗੀ। ਜਦੋਂ ਤੇ ਰਿਗਵੇਦ ਵਰਗਾ ਮਹਾਨ ਗ੍ਰੰਥ, ਦੁਨੀਆ ਦਾ ਸਭ ਤੋਂ ਪ੍ਰਾਚੀਨ ਗ੍ਰੰਥ, ਜਦੋਂ ਰਾਮਾਇਣ, ਮਹਾਭਾਰਤ, ਉਪਨਿਸ਼ਦ, ਪੁਰਾਣ, ਗਾਇਤਰੀ ਮੰਤਰ, ਇਹ ਸਭ ਕੁਝ ਪੰਜਾਬ ਦੀ ਧਰਤੀ ਤੇ ਸੰਸਕ੍ਰਿਤ ਵਿੱਚ ਰਚਿਆ ਗਿਆ। ਅੱਜ ਹਾਲਾਤ ਕੀ ਹੈ ਸੰਸਕ੍ਰਿਤ ਦੇ ਕਿ ਨਾ ਸੰਸਕ੍ਰਿਤ ਨੂੰ ਕੋਈ ਪੜ੍ਹਨ ਵਾਲਾ ਇੱਥੇ ਆ, ਨਾ ਕੋਈ ਬੋਲਣ ਵਾਲਾ ਇੱਥੇ ਆ, ਨਾ ਕੋਈ ਸਮਝਣ ਵਾਲਾ ਇੱਥੇ ਆ। ਭਾਸ਼ਾ ਦਾ ਮਜ਼ਾਕ ਅਸੀਂ ਕਹਿ ਦਈਏ, ਅਸੀਂ ਉਡਾਉਣੇ ਜ਼ਰੂਰ ਆ। ਅਸੀਂ ਆਪਦੇ ਲੋਕ ਪੰਜਾਬੀ ਭਾਸ਼ਾ ਦਾ ਮਜ਼ਾਕ ਜ਼ਰੂਰ ਉਡਾਉਣੇ ਆ। ਕਈ ਅਜਿਹੇ ਸ਼ਬਦ ਨੇ ਸਾਨੂੰ ਉਹਨਾਂ ਤੋਂ ਸ਼ਰਮ ਆਉਂਦੀ ਹੈ ਬੋਲਣ ਤੋਂ, ਸ਼ੁੱਧ ਪੰਜਾਬੀ ਸ਼ਬਦ। ਪਰ ਜੋ ਮਜ਼ਾਕ ਸਾਡੇ ਨਾਲ ਬਾਲੀਵੁੱਡ ਇੰਡਸਟਰੀ ਕਰ ਰਹੀ ਹੈ ਉਹਨੂੰ ਕਿਵੇਂ ਦੇਖਦੇ? ਮੇਰੇ ਮਨ 'ਚ ਪਤਾ ਨਹੀਂ ਹਰ ਵੇਲੇ ਦੁੱਖ ਰਹਿੰਦਾ ਕਿ ਪੰਜਾਬ ਦੇ ਵਿੱਚ ਰੰਗਮੰਚ ਜਿਹੜਾ ਆ ਉਹਦਾ ਸਤਿਕਾਰ ਨਹੀਂ ਹੋਇਆ, ਅੱਜ ਤੱਕ ਨਹੀਂ ਹੋਇਆ ਕਦੇ। ਰੰਗਮੰਚ, ਮੈਂ ਆਪਣੀ ਫਿਲਮਾਂ ਵੀ ਦੇਖਦਾ ਪੰਜਾਬੀ ਦੀਆਂ, ਮੈਨੂੰ ਇਹ ਲੱਗਦਾ ਹੁੰਦਾ ਕਿ ਸਾਡੀਆਂ ਫਿਲਮਾਂ ਨੂੰ ਅੱਜ ਵੀ ਗਾਇਕਾਂ ਦੀ ਹੀ ਲੋੜ ਆ। ਤੁਸੀਂ ਰੰਗਮੰਚ ਲਈ 50 ਰੁਪਏ ਦੀ ਟਿਕਟ ਰੱਖਦੇ ਹੋ ਤਾਂ ਲੋਕੀ 50 ਰੁਪਏ ਖਰਚ ਕੇ ਵੀ ਰੰਗਮੰਚ ਦੇਖਣ ਨਹੀਂ ਆਉਣਗੇ। ਉਹਨਾਂ ਨੂੰ ਲੱਗਦਾ ਵੀ ਰੰਗਮੰਚ ਤਾਂ ਫ੍ਰੀ 'ਚ ਦੇਖਣ ਵਾਲੀ ਚੀਜ਼ ਆ। ਟਿਕਟ, ਫਿਲਮ ਦੀ ਟਿਕਟ ਉਹ 500 ਰੁਪਏ ਦੀ ਵੀ ਲੈ ਲੈਣਗੇ, ਰੰਗਮੰਚ ਲਈ 100 ਰੁਪਈਆ ਜਿਹੜਾ ਖਰਚਣਾ ਉਹਨਾਂ ਲਈ ਉਹ ਔਖਾ ਲੱਗਦਾ। ਬਹੁਤ ਆਸ ਜਿਹੜੀ ਆ ਦਿਲਜੀਤ ਦੋਸਾਂਝ ਦੇ ਨਾਲ ਹੋਈ ਆ ਕਿ ਉਹਨਾਂ ਨੇ ਇੱਕ ਅੱਛੇ ਕਰੈਕਟਰ ਦਾ, ਅੱਛੇ ਸਿੱਖ ਦਾ ਜਿਹੜਾ ਉੱਥੇ ਪਰਸਨੈਲਿਟੀ ਉਹਨਾਂ ਦੀ ਗਈ ਆ ਉਹ ਬਹੁਤ ਅੱਛੀ। ਔਰ ਅਗਲੀ ਆਸ ਜਿਹੜੀ ਮੈਂ ਪਿਛਲੇ ਦਿਨਾਂ 'ਚ ਸਤਿੰਦਰ ਸਰਤਾਜ ਉਹਨਾਂ ਦੀ ਮੂਵੀ ਦੇਖੀ ਆ ਕਲੀ ਜੋਟਾ, ਉਹਦੇ ਤੋਂ ਵੀ ਮੈਨੂੰ ਲੱਗਿਆ ਕਿ ਹੀ ਕੈਨ ਬੀ ਆਲਸੋ ਦੇਅਰ ਐਜ਼ ਅ ਸੀਰੀਅਸ ਐਕਟਰ ਐਂਡ ਅ ਸੀਰੀਅਸ ਪਰਸਨੈਲਿਟੀ। ਆਪਦੀ ਭਾਸ਼ਾ ਛੱਡ ਕੇ ਦੂਜੀ ਭਾਸ਼ਾ ਨੂੰ ਤਰਜੀਹ ਦੇਣਾ, ਉਹ ਕਿਤੇ ਨਾ ਕਿਤੇ ਇਹ ਨਹੀਂ ਲੱਗਦਾ ਕਿ ਅਸੀਂ ਖੁਦ ਨੂੰ ਆਪਣੇ ਆਪ ਤੋਂ ਬੇਗਾਨਾ ਕਰ ਰਹੇ ਹਾਂ ਜਾਂ ਸਾਨੂੰ ਉਹ ਵਿਦਿਅਕ ਸੰਸਥਾਵਾਂ ਹੀ ਸਾਨੂੰ ਆਪ ਦੇ ਵਜੂਦ ਤੋਂ ਬੇਗਾਨਾ ਕਰ ਰਹੀਆਂ? ਕੋਈ ਬੰਦਾ ਪੰਜਾਬੀ ਦਾ ਪ੍ਰੋਫੈਸਰ ਲੱਗਿਆ ਹੋਇਆ, ਉਹਨੇ ਅਨੇਕਾਂ ਤਰਜਮੇ ਕਰ ਦਿੱਤੇ, ਅਨੇਕਾਂ ਨਾਵਲ ਲਿਖ ਦਿੱਤੇ, ਨਾਟਕ ਲਿਖ ਦਿੱਤੇ, ਕਹਾਣੀਆਂ ਲਿਖ ਦਿੱਤੀਆਂ। ਜੇ ਉਹਦੇ ਪਰਿਵਾਰ 'ਚ ਉਹੋ ਜਿਹੇ ਲੋਕ ਨਹੀਂ ਪੈਦਾ ਹੋਏ, ਮੈਨੂੰ ਉਹਦੀ ਕੋਈ ਕੰਟਰੀਬਿਊਸ਼ਨ ਨਹੀਂ ਲੱਗਦੀ। ਉਚਾਰਨ, ਬੋਲਣ 'ਚ ਵੀ ਉਚਾਰਨ ਦੀ ਸ਼ੁੱਧਤਾ ਜਿਹੜੀ ਆ ਉਹ ਬਹੁਤ ਤੰਗ ਕਰਦੀ ਆ ਮੈਨੂੰ। ਤੇ ਇਹਦਾ ਜਦੋਂ ਕੋਈ ਬੰਦਾ ਗਲਤ ਬੋਲਦਾ ਨਾ, ਮੈਨੂੰ ਇਵੇਂ ਲੱਗਦਾ ਕਿ ਮੇਰੇ ਸੂਈਆਂ ਚੁੱਭ ਰਹੀਆਂ ਹਨ। ਮੈਂ ਕਿਤੇ ਲੰਘਦਾ ਵੜਦਾ ਦੇਖ ਲਵਾਂ, ਕੋਈ ਅੱਖਰ ਗਲਤ ਦੇਖ ਲਵਾਂ, ਮੈਨੂੰ ਉਹ ਵੀ ਲੱਗਦਾ ਵੀ ਮੈਂ ਇਹਨੂੰ ਹੁਣੇ ਇੱਥੇ ਖੜ ਕੇ ਪੌੜੀ ਲੈ ਕੇ ਮੈਂ ਇਹਨੂੰ ਠੀਕ ਕਰਦਾ। ਮਤਲਬ ਇੰਨਾ ਮੈਨੂੰ ਨਾ ਇਰੀਟੇਟ ਕਰਦੀਆਂ। ਹੋਣਾ ਵੀ ਚਾਹੀਦਾ। ਮੈਨੂੰ ਇਹ ਲੱਗਦਾ ਕਿ ਨਹੀਂ, ਅਸੀਂ ਮੇਰਾ ਨਹੀਂ ਨੁਕਸਾਨ ਹੈਗਾ, ਇਹ ਮੇਰੀ ਆਉਣ ਵਾਲੀ ਪੀੜ੍ਹੀ ਦਾ ਨੁਕਸਾਨ ਹੈ। ਜਿਵੇਂ ਸਕੂਲਾਂ 'ਚ ਜੁਰਮਾਨਾ ਲਾਇਆ ਜਾਂਦਾ, ਉਵੇਂ ਇੱਕ ਡਰਾਵਾ ਦੇ ਕੇ ਇਹ ਤਖਤੀਆਂ ਲਾ ਲੈਣੀਆਂ ਬਹੁਤ ਹੈ। ਇਹ ਅਸੀਂ ਕਹਿ ਦਈਏ ਵੀ ਕਾਫੀ ਹੈ। ਇਹ ਸ਼ਬਦ, ਅੱਖਰ ਜਿਹੜੇ ਆ ਉਹ ਕਿਸੇ ਸੱਭਿਅਤਾ ਦੀ ਪਹਿਚਾਣ ਆ। ਸੱਭਿਅਤਾ ਕੀ ਆ? ਇੱਕ ਰੱਥ ਚੱਲਿਆ ਆ ਰਿਹਾ ਹਜ਼ਾਰਾਂ ਸਾਲਾਂ ਤੋਂ, ਉਸ ਰੱਥ ਦੇ ਡੱਬੇ ਆ, ਉਹਦੇ ਤੇ ਕਿਤੇ ਸਾਡਾ ਸਾਹਿਤ ਪਿਆ, ਸੰਗੀਤ ਪਿਆ, ਪੁਰਾਤਨ ਗ੍ਰੰਥ ਪਿਆ, ਧਰਮ ਪਿਆ, ਜੀਵਨ ਸ਼ੈਲੀ ਪਿਆ, ਰੀਤੀ ਰਿਵਾਜ ਪਏ ਆ। ਉਹ ਸਭ ਕੁਛ ਨੂੰ ਖਿੱਚ ਕੌਣ ਰਹੀ ਆ? ਭਾਸ਼ਾ। TM ਸਾਹਿਬ ਨੇ ਕਿਹਾ, ਮੈਂ ਉਹ ਸੁਪਨਾ ਲੈ ਰਿਹਾ ਕਿ ਜਦੋਂ ਮੈਂ ਆਲੇ ਦੁਆਲੇ ਵੇਖਾਂਗਾ ਮੈਨੂੰ ਸਭ ਪਾਸੇ ਗੁਰਮੁਖੀ ਦੇ ਅੱਖਰ ਦਿਖਣਗੇ, ਮੈਨੂੰ ਕਿੰਨਾ ਚੰਗਾ ਲੱਗੇਗਾ। ਮੈਨੂੰ ਲੱਗੇਗਾ ਕਿ ਇਹ ਊੜਾ, ਐੜਾ, ਈੜੀ ਇਹ ਮੇਰੇ ਆਪਣੇ ਸ਼ਬਦ ਆ। ਮੈਂ ਕਿਧਰੇ ਵੀ ਬਾਹਰ ਜਾ ਕੇ ਊੜਾ ਦੇਖਦਾ ਤਾਂ ਮੈਨੂੰ ਆਪਣਾ ਆਪਣਾ ਲੱਗਦਾ। ਮੈਂ ਜੂੜਾ ਦੇਖਦਾ, ਮੈਨੂੰ ਉਹ ਵੀ ਆਪਣਾ ਆਪਣਾ ਲੱਗਦਾ। ਮੈਨੂੰ ਲੱਗਦਾ ਇਸ ਬੰਦੇ ਦਾ ਊੜਾ ਵੀ ਮੇਰਾ ਆਪਣਾ ਆ। ਤੁਸੀਂ ਤੇ ਮੈਂ, ਅਸੀਂ ਅਫਰੀਕਾ 'ਚ ਮਿਲ ਗਏ ਅਚਾਨਕ, ਤਾਂ ਮੈਨੂੰ ਤੁਹਾਡੀ ਪੰਜਾਬੀ ਕਰਕੇ ਤੁਹਾਡਾ ਮੋਹ ਹੋ ਜਾਣਾ, ਤੁਹਾਡੇ ਜੂੜੇ ਕੇ ਦਸਤਾਰ ਕਰਕੇ ਮੈਨੂੰ ਤੁਹਾਡਾ ਮੋਹ ਹੋ ਜਾਣਾ। ਸੋ ਇਹ ਚੀਜ਼ਾਂ ਆਪਸ ਵਿੱਚ ਆਪਣੱਤ ਪੈਦਾ ਕਰਦੀਆਂ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ ਟੀਵੀ ਤੇ ਮੈਂ ਹਾਂ ਸੁਰਖਾਬ। ਦੋਸਤੋ, ਜਦੋਂ ਪੰਜਾਬੀ ਭਾਸ਼ਾ ਦਾ ਜ਼ਿਕਰ ਕਰਦੇ ਹਾਂ ਤਾਂ ਨਾਲ ਦੀ ਨਾਲ ਇੱਕ ਚਿੰਤਾ ਜ਼ਰੂਰ ਮਨ 'ਚ ਆ ਜਾਂਦੀ ਹੈ ਕਿ ਪੰਜਾਬੀ ਭਾਸ਼ਾ ਦੇ ਬਹੁਤ ਸਾਰੇ ਸ਼ਬਦ ਜਾਂ ਅਸੀਂ ਕਹਿ ਦਈਏ ਕਿ ਪੰਜਾਬੀ ਭਾਸ਼ਾ
ਅਲੋਪ ਹੁੰਦੀ ਨਜ਼ਰ ਆ ਰਹੀ ਹੈ। ਅਲੋਪ ਮੇਰੇ ਕਹਿਣ ਦਾ ਮਤਲਬ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਸ਼ਾਇਦ ਪੰਜਾਬੀ ਦਾ ਇਹ ਜੋ ਅਸਲ ਰੂਪ ਹੈ ਉਹ ਨਹੀਂ ਰਹੇਗਾ। ਹੋ ਸਕਦਾ ਹੈ ਆਉਣ ਵਾਲਾ ਜੋ ਮਾਡਰਨ ਰੂਪ ਪੰਜਾਬੀ ਦਾ, ਜਿਸ ਦੇ ਉੱਤੇ ਹੋਰ ਭਾਸ਼ਾਵਾਂ ਦਾ ਪ੍ਰਭਾਵ ਹੈ, ਉਹ ਦੇਖਣ ਨੂੰ ਮਿਲੇਗਾ। ਪਰ ਕਿਤੇ ਨਾ ਕਿਤੇ ਜੋ ਚਿੰਤਾ ਆ, ਉਸ ਚਿੰਤਾ ਦਾ ਹੱਲ ਕੀ ਹੈ, ਜਾਂ ਅਸੀਂ ਕਹਿ ਦਈਏ ਕਿ ਪੰਜਾਬੀ ਦੇ ਇਸ ਮਹਿਲ ਦੀ ਬਚਾਉਣ ਦੇ ਲਈ ਕਿਵੇਂ ਕੱਲੀ ਇੱਟ ਨੂੰ ਬਚਾਉਣ ਦੀ ਲੋੜ ਹੈ। ਇਹ ਸਾਰੇ ਸਵਾਲਾਂ ਦਾ ਜਵਾਬ ਜਾਂ ਪੰਜਾਬੀ ਭਾਸ਼ਾ ਤੇ ਇਸ ਪੂਰੇ ਮੁੱਦੇ ਤੇ ਚਰਚਾ ਕਰਨ ਲਈ ਸਾਡੇ ਨਾਲ ਸਟੂਡੀਓ 'ਚ ਦੀਪਕ ਬਾਲੀ ਜੀ ਨੇ ਅੱਜ। ਦੀਪਕ ਬਾਲੀ ਜੀ ਵੈਸੇ ਤਾਂ ਕਿਸੇ ਤਾਰਫ ਦੇ ਮੁਹਤਾਜ ਨਹੀਂ ਹੈ ਕਿ ਪੰਜਾਬੀ ਕਲਾ ਜਾਂ ਸਾਹਿਤ ਦੇ ਲਈ ਇੱਕ ਬਹੁਤ ਵੱਡਾ ਨਾਮ ਹੈ ਤੇ ਲੰਮੇ ਸਮੇਂ ਤੋਂ ਕੰਮ ਕਰ ਰਹੇ ਨੇ। ਸਵਾਗਤ ਹੈ ਦੀਪਕ ਜੀ, ਬਹੁਤ ਬਹੁਤ ਧੰਨਵਾਦ ਜੀ, ਧੰਨਵਾਦ ਸੁਰਖਾਬ ਜੀ। ਮੈਨੂੰ ਬੜਾ ਚੰਗਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ। ਮੈਂ ਤੁਹਾਨੂੰ ਅਕਸਰ ਵੇਖਦਾ ਰਹਿਣਾ, ਤੁਹਾਡੀ ਹੁਣ ਵੀ ਜਿਹੜਾ ਮੈਂ ਸਾਰਾ ਉਚਾਰਨ ਸੁਣਿਆ ਜੀ, ਉਹਦੀ ਸ਼ੁੱਧਤਾ ਕਮਾਲ ਆ। ਮਿਹਰਬਾਨੀ। ਕੋਸ਼ਿਸ਼ ਕਰੀਏ ਦੀਪਕ ਜੀ ਕਿ ਅਸੀਂ ਸਾਡਾ ਵਜੂਦ ਹੈ, ਅਸੀਂ ਉਹ ਵਜੂਦ ਬਚਾ ਕੇ ਰੱਖੀਏ, ਉਸ ਚੀਜ਼ ਨੂੰ ਅੱਗੇ ਤੱਕ ਲੈ ਕੇ ਜਾਈਏ। ਪਰ ਜਦੋਂ ਸਵਾਲ ਇੱਕ ਅਮੂਮਨ ਜਿਹਾ ਸਵਾਲ ਹੈ ਮੇਰਾ, ਨੋਰਮਲ ਰਹਿੰਦਾ ਹੈ ਕਿ ਪੰਜਾਬੀ ਭਾਸ਼ਾ ਤਾਂ ਖਤਮ ਹੁੰਦੀ ਨਜ਼ਰ ਆ ਰਹੀ ਹੈ। ਪਰ ਦੀਪਕ ਜੀ ਜਦੋਂ ਇਸ ਪੂਰੇ ਸੰਘਰਸ਼ ਨੂੰ ਦੇਖਦੇ ਨੇ, ਇਸ ਘਟਨਾਕ੍ਰਮ ਨੂੰ ਦੇਖਦੇ ਨੇ, ਜ਼ਿੰਮੇਵਾਰ ਸਭ ਤੋਂ ਵੱਧ ਕਿਹਨੂੰ ਮੰਨਦੇ ਨੇ ਪੰਜਾਬੀ ਭਾਸ਼ਾ ਦੇ ਖਾਤਮੇ ਦਾ? ਦੇਖੋ, ਸਭ ਤੋਂ ਦੋ ਚੀਜ਼ਾਂ ਬਹੁਤ ਅਹਿਮ ਤਰੀਕੇ ਨਾਲ ਇਹਨੂੰ ਵਧਾਉਣ 'ਚ ਵੀ ਰੋਲ ਨਿਭਾ ਸਕਦੀਆਂ ਤੇ ਇਹਨੂੰ ਘਟਾਉਣ 'ਚ ਵੀ ਰੋਲ ਨਿਭਾ। ਇੱਕ ਪਹਿਲੇ ਨੰਬਰ ਤੇ ਪਰਿਵਾਰ, ਦੂਜੇ ਨੰਬਰ ਤੇ ਵਿਦਿਅਕ ਸੰਸਥਾਵਾਂ। ਕਿਉਂਕਿ ਜਿਹੜੀ ਮਨੁੱਖ ਦੀ ਬਣਤਰ ਆ, ਜਦੋਂ ਮਨੁੱਖ ਜਨਮ ਲੈਂਦਾ ਉਦੋਂ ਉਹਦੇ 'ਚ ਸੁਭਾਅ ਨਹੀਂ ਹੁੰਦਾ। ਉਹਦੇ 'ਚ ਹੱਡ ਮਾਸ ਦਾ ਪੁਤਲਾ ਤਾਂ ਹੈ ਹੀ, ਅੱਖਾਂ, ਨੱਕ, ਕੰਨ, ਬੁੱਲ ਹੈ, ਸਭ ਕੁਝ ਹੁੰਦਾ, ਉਹਦੀਆਂ ਦਿਮਾਗ ਹੁੰਦਾ, ਲੇਕਿਨ ਉਹਦੇ ਅੰਦਰ ਵਿਚਾਰ ਨਹੀਂ ਹੁੰਦਾ। ਵਿਚਾਰ ਉਹਦੇ ਅੰਦਰ ਪਰਿਵਾਰ ਦਿੰਦਾ, ਸਮਾਜ ਦਿੰਦਾ, ਆਲਾ ਦੁਆਲਾ ਦਿੰਦਾ। ਜਿਵੇਂ ਬੱਚੇ ਦੀ ਸਿਰਜਣਾ 'ਚ, ਬੱਚੇ ਦੇ ਸੁਭਾਅ ਦੀ ਸਿਰਜਣਾ 'ਚ ਮਾਤਾ ਪਿਤਾ ਦਾ ਯੋਗਦਾਨ ਹੈ, ਦਾਦਾ ਦਾਦੀ ਦਾ ਹੈ, ਨਾਨੇ ਨਾਨੀ ਦਾ ਹੈ, ਵੱਡੀ ਭੈਣ ਦਾ ਆ, ਭੂਆ ਮਾਸੀਆਂ ਚਾਚੇ ਤਾਏ ਸਾਰੇ ਜਿਹੜੇ ਉਹਦੇ ਤੋਂ ਵੱਡੇ ਆ, ਉਹਨਾਂ ਦਾ ਬਹੁਤ ਪੈਂਦਾ। ਉਹਦੇ ਆਲੇ ਦੁਆਲੇ 'ਚ ਕਿਹੜੇ ਕਿਹੜੇ ਰੋਲ ਮਾਡਲਸ ਆ, ਕਿਹੋ ਜਿਹਾ ਕਰੈਕਟਰਸ ਉਹਦੇ ਆਲੇ ਦੁਆਲੇ 'ਚ ਘੁੰਮ ਰਿਹਾ, ਮੇਰੇ ਪਿੰਡ 'ਚ ਕਿਹੋ ਜਿਹੇ ਲੋਕ ਆ, ਉਹਨਾਂ ਦਾ ਮੇਰੇ ਸੁਭਾਅ 'ਤੇ ਅਸਰ ਪਿਆ। ਸੋ ਜੇ ਉਹਨਾਂ ਦੇ ਅੰਦਰ ਪ੍ਰਤਿਬੱਧਤਾ ਹੈ, ਜੇ ਮੇਰੇ ਪਰਿਵਾਰ ਦੇ ਅੰਦਰ ਪ੍ਰਤਿਬੱਧਤਾ ਹੈ, ਮੇਰੇ ਪਰਿਵਾਰ ਦੇ ਅੰਦਰ ਪ੍ਰਤਿਬੱਧਤਾ ਸੀ, ਉਹਨਾਂ ਨੇ ਮੇਰੇ ਅੰਦਰ ਪੰਜਾਬੀਅਤ ਦਾ ਬੂਟਾ ਲਾਤਾ, ਮੈਨੂੰ ਪੰਜਾਬੀ ਨਾਲ ਪਿਆਰ ਕਰਨ ਲਾਤਾ। ਜੇ ਮੇਰੇ ਅੰਦਰ ਹੋਏਗੀ ਤਾਂ ਮੈਂ ਆਪਣੇ ਬੱਚੇ ਅੰਦਰ ਪੈਦਾ ਕਰ ਲਾਂਗਾ। ਅਗਰ ਜੇ ਮੇਰੇ ਅੰਦਰ ਪ੍ਰਤਿਬੱਧਤਾ ਦੀ ਘਾਟ ਹੋਏਗੀ ਤਾਂ ਮੈਂ ਬੱਚੇ ਅੰਦਰ ਪੈਦਾ ਨਹੀਂ ਕਰ ਸਕਦਾ। ਇਸ ਕਰਕੇ ਸਭ ਤੋਂ ਪਹਿਲਾ ਜ਼ਿੰਮੇਵਾਰ ਪਰਿਵਾਰ ਆ। ਕਿ ਤੁਸੀਂ ਦੇਖੋ, ਬੱਚਿਆਂ ਦੇ ਅੰਦਰ ਸਾਨੂੰ ਇਹ ਅਕਲ ਭਰਨੀ ਪੈਣੀ ਆ ਕਿ ਕਿਹੜੀ ਗੱਲ ਸਹੀ ਆ, ਕਿਹੜੀ ਗਲਤ ਆ। ਅਸੀਂ ਉਹਨਾਂ ਨੂੰ ਅਸੀਂ ਹਰ ਮੋੜ ਤੇ ਉਹਨਾਂ ਦੇ ਨਾਲ ਨਹੀਂ ਜਾ ਸਕਦੇ, ਪਰ ਜਦੋਂ ਉਹਨਾਂ ਨੇ ਕਿਸੇ ਮੋੜ ਤੇ ਜਾ ਕੇ ਸੱਜੇ ਖੱਬੇ ਮੁੜਨਾ, ਸਹੀ ਤੇ ਗਲਤ ਦਾ ਫੈਸਲਾ ਲੈਣਾ, ਸਾਨੂੰ ਉਹਨਾਂ ਅੰਦਰ ਇਹ ਬੁੱਧੀ ਪੈਦਾ ਕਰਨੀ ਪੈਣੀ ਆ ਕਿ ਉਸ ਮੋੜ ਤੇ ਜਾ ਕੇ ਉਹ ਕਿਹਨਾਂ ਮਾਪਦੰਡਾਂ ਦੇ ਆਧਾਰ ਤੇ ਸਹੀ ਤੇ ਗਲਤ ਦਾ ਫੈਸਲਾ ਲੈ ਸਕਣ। ਇਸ ਕਰਕੇ ਜੇ ਅਸੀਂ ਉਹਨਾਂ ਦੇ ਅੰਦਰ ਪੰਜਾਬੀ ਸੱਭਿਆਚਾਰ ਵਾਲਾ ਮਨੁੱਖ ਪੈਦਾ ਕਰਨਾ, ਤੇ ਸਭ ਤੋਂ ਪਹਿਲੀ ਜਿਹੜੀ ਜ਼ਿੰਮੇਵਾਰੀ ਆ ਉਹ ਪਰਿਵਾਰ ਦੀ ਆ ਕਿ ਉਹਨਾਂ ਦਾ ਐਟਮੋਸਫੀਅਰ, ਮਾਹੌਲ ਜਿਹੜਾ ਆ ਪਰਿਵਾਰ ਦਾ, ਉਹ ਕਿਸ ਤਰ੍ਹਾਂ ਦਾ ਆ। ਕਿ ਜੇ ਪਿਤਾ ਨੂੰ ਲੱਗਦਾ, ਮਾਤਾ ਨੂੰ ਲੱਗਦਾ ਕਿ ਮੇਰਾ ਬੱਚਾ ਅੰਗਰੇਜ਼ੀ ਬੋਲੇਗਾ ਤਾਂ ਇਹਦਾ ਸ਼ਾਇਦ ਐਲੀਟ ਸਟੇਟਸ ਵਿੱਚ ਆ ਜਾਏਗਾ, ਤਾਂ ਇਹਦਾ ਜਿਹੜਾ ਕਾਰੋਬਾਰ ਦਾ ਭਵਿੱਖ ਸੁਰੱਖਿਅਤ ਆ, ਤਾਂ ਫਿਰ ਬੱਚਾ ਕਿਵੇਂ ਸਿੱਧੇ ਜਾ ਸਕਦਾ ਪੰਜਾਬੀ ਸੁਭਾਅ ਵਾਲਾ। ਦੂਜਾ, ਸਕੂਲਾਂ ਦੇ ਅੰਦਰ, ਜੇ ਸਕੂਲਾਂ ਦੇ ਅੰਦਰ ਤੁਸੀਂ ਆਪਣੀ ਮਾਤ ਭਾਸ਼ਾ ਨੂੰ, ਰਾਜ ਭਾਸ਼ਾ ਨੂੰ, ਪੰਜਾਬੀ ਭਾਸ਼ਾ ਨੂੰ ਖੁੱਲ੍ਹ ਕੇ ਇੱਜ਼ਤ ਨਾਲ ਨਹੀਂ ਬੋਲ ਸਕਦੇ, ਜੇ ਤੁਹਾਡੇ 'ਤੇ ਡੰਡਾ ਆ ਕਿ ਤੁਸੀਂ ਅਗਰ ਸਕੂਲ 'ਚ ਪੰਜਾਬੀ ਬੋਲੀ ਤਾਂ ਤੁਹਾਨੂੰ ਜੁਰਮਾਨਾ ਲੱਗੇਗਾ, ਤੁਸੀਂ ਜੁਰਮਾਨਾ ਨਹੀਂ ਵੀ ਲੱਗਣਾ, ਮੰਨ ਲਓ ਕਾਨੂੰਨ ਵੀ ਹੈ ਨਹੀਂ, ਜੁਰਮਾਨਾ ਵੀ ਨਹੀਂ ਲੱਗਣਾ, ਕੋਈ ਸਜ਼ਾ ਵੀ ਹੈ ਨਹੀਂ, ਪਰ ਉਹੀ ਤੁਹਾਡੇ ਅੰਦਰ ਇੱਕ ਇਨਫੀਰੀਟੀ ਕੰਪਲੈਕਸ ਦੇ ਦੇਵੇ ਕੋਈ ਬੰਦਾ ਕਿ ਤੂੰ ਅੰਗਰੇਜ਼ੀ ਬੋਲੇਗਾ, ਪੰਜਾਬੀ ਬੋਲੇਗਾ ਤਾਂ ਤੂੰ ਸੀ ਕੈਟਾਗਰੀ ਆ, ਏ ਕੈਟਾਗਰੀ 'ਚ ਅੰਗਰੇਜ਼ੀ ਆ, ਬੀ 'ਚ ਹਿੰਦੀ ਆ, ਸੀ 'ਚ ਪੰਜਾਬੀ ਆ। ਉਹੀ ਬੱਚੇ ਦੇ ਕੋਮਲ ਭਾਵੇਂ ਹੁੰਦੇ ਆ, ਕੋਰੀਆਂ ਸਲੇਟਾਂ ਆ, ਜੋ ਤੁਸੀਂ ਉੱਕਰ ਦੇਣਾ ਉੱਕਰ। ਸਕੂਲਾਂ ਦੇ ਅੰਦਰ ਤੇ ਪਰਿਵਾਰਾਂ ਦੇ ਅੰਦਰ ਅਗਰ ਅਸੀਂ ਇਸ ਤਰ੍ਹਾਂ ਦਾ ਮਾਹੌਲ ਸਿਰਜ ਲਾਂਗੇ ਤਾਂ ਨਿਰਸੰਦੇਹ ਬੱਚੇ ਦੀ ਜਿਹੜੀ ਬਣਤਰ ਆ, ਉਹ ਨੀਂਹ ਜਿਹੜੀ ਉਹ ਐਸੀ ਬਣ ਜਾਏਗੀ ਤਾਂ ਵੱਡਾ ਹੋ ਕੇ ਤੁਸੀਂ ਜਿਸ ਮਹਿਲ ਦੀ ਗੱਲ ਕਰਦੇ, ਤੁਸੀਂ ਜਿੱਡਾ ਵੱਡਾ ਮਰਜ਼ੀ ਉਹਦੇ 'ਤੇ ਮਹਿਲ ਉਸਾਰ ਲਓ। ਬਿਲਕੁਲ ਦੀਪਕ ਜੀ, ਮਹਿਲ ਜਿੱਡਾ ਮਰਜ਼ੀ ਉਹਨੂੰ ਖੂਬਸੂਰਤ ਬਣਾਇਆ ਜਾ ਸਕਦਾ ਹੈ, ਪਰ ਉਹ ਤੁਹਾਡੇ ਅੰਦਰ ਉਹ ਵਿਸ਼ਵਾਸ ਜਾਂ ਤੁਹਾਡੇ ਅੰਦਰ ਉਹ ਲਗਨ ਹੋਣੀ ਚਾਹੀਦੀ ਹੈ। ਪਰ ਜਦੋਂ ਤੁਸੀਂ ਕਿਰਦਾਰ ਬਣਾਉਣ ਦੀ, ਕਿਰਦਾਰ ਸਿਰਜਣ ਦੀ ਗੱਲ ਕਰਦੇ ਹਾਂ, ਕਿ ਉਹ ਕਿਰਦਾਰ ਪਰਿਵਾਰ ਨੇ ਸਿਰਜਣਾ, ਉਹ ਕਿਰਦਾਰ ਉਹਨਾਂ ਵਿਦਿਅਕ ਸੰਸਥਾਵਾਂ ਨੇ ਸਿਰਜਣਾ ਜਿਨ੍ਹਾਂ ਦੇ ਵਿੱਚ ਜਾ ਕੇ ਅਸੀਂ ਇਹ ਕਹਿ ਦਿੰਦੇ ਹਾਂ ਕਿ ਸਾਡਾ ਭਵਿੱਖ ਇੱਥੋਂ ਬਾਅਦ ਨਿਕਲਣਾ ਹੈ। ਪਰ ਉੱਥੇ ਜਦੋਂ ਕਿਰਦਾਰ ਦੀ
ਪਹਿਚਾਨ ਹੋਰ ਤਰੀਕੇ ਦੇ ਨਾਲ, ਇੱਕ ਆਪ ਦਾ ਅਸਲੀ ਵਜੂਦ ਛੱਡਣਾ, ਆਪਦੀ ਭਾਸ਼ਾ ਛੱਡ ਕੇ ਦੂਜੀ ਭਾਸ਼ਾ ਨੂੰ ਤਰਜੀਹ ਦੇਣਾ, ਉਹ ਕਿਤੇ ਨਾ ਕਿਤੇ ਇਹ ਨਹੀਂ ਲੱਗਦਾ ਕਿ ਅਸੀਂ ਖੁਦ ਨੂੰ ਆਪਣੇ ਆਪ ਤੋਂ ਬੇਗਾਨਾ ਕਰ ਰਹੇ ਹਾਂ, ਜਾਂ ਸਾਨੂੰ ਉਹ ਵਿਦਿਅਕ ਸੰਸਥਾਵਾਂ ਹੀ ਸਾਨੂੰ ਆਪ ਦੇ ਵਜੂਦ ਤੋਂ ਬੇਗਾਨਾ ਕਰ ਰਹੀਆਂ ਨੇ? ਦੇਖੋ, ਹੁਣ ਦੇ ਸਮੇਂ 'ਚ ਤਾਂ ਮੈਨੂੰ ਬੜੀ ਖੁਸ਼ੀ ਆ ਕਿ ਪਹਿਲੇ ਸਾਲ ਹੀ, ਸਰਕਾਰ ਦੇ ਪਹਿਲੇ ਸਾਲ 'ਚ ਹੀ ਮੁੱਖ ਮੰਤਰੀ ਸਾਹਿਬ ਨੇ ਬੜਾ ਸਖਤੀ ਨਾਲ ਜਿਹੜਾ ਪੰਜਾਬੀ ਦੇ ਪ੍ਰਤੀ ਬਿਆਨ ਦਿੱਤਾ। ਮੈਂ ਆਪਣੇ ਕੁਝ ਤੁਹਾਨੂੰ ਐਕਸਪੀਰੀਅੰਸ ਸ਼ੇਅਰ ਕਰਦਾ ਕਿ ਅਸੀਂ ਜਦੋਂ ਗੁਰੂ ਨਾਨਕ ਸਾਹਿਬ ਦਾ 550 ਸਾਲਾ ਸੀ ਤਾਂ ਅਸੀਂ ਬੜਾ ਜ਼ੋਰ ਲਾਇਆ ਕਿਸ ਤਰ੍ਹਾਂ ਦਾ ਕੋਈ ਸਰਕਾਰ ਜਿਹੜਾ ਆ ਏਜੰਡਾ ਲਿਆਵੇ, ਇਸ ਤਰ੍ਹਾਂ ਦਾ ਕਰੇ, ਲੇਕਿਨ ਦੂਜੀਆਂ ਚੀਜ਼ਾਂ ਦਾ ਅਸਰ ਇੰਨਾ ਹੋ ਜਾਂਦਾ ਕਿ ਦੇਖੋ ਸਾਨੂੰ ਇਹਦੇ ਲਈ ਖੁੱਲ੍ਹ ਕੇ ਫੈਸਲੇ ਲੈਣੇ ਪੈਣੇ ਆ। ਸਾਨੂੰ ਇਹ ਮੰਨਣਾ ਪੈਣਾ ਕਿ ਜਿੱਥੇ ਸਾਡੇ ਲਈ ਰੁਜ਼ਗਾਰ ਜ਼ਰੂਰੀ ਆ, ਜਿੱਥੇ ਸਾਡੇ ਲਈ ਵਪਾਰ ਜ਼ਰੂਰੀ ਹੈ, ਜਿੱਥੇ ਸਾਡੇ ਲਈ ਧਨ ਜ਼ਰੂਰੀ ਆ, ਜਿੱਥੇ ਸਾਡੇ ਲਈ ਇਨਫਰਾਸਟ੍ਰਕਚਰ ਦੀ ਡਿਵੈਲਪਮੈਂਟ ਜ਼ਰੂਰੀ ਆ, ਉੱਥੇ ਸਾਡੇ ਲਈ ਸੋਸ਼ਲ ਡਿਵੈਲਪਮੈਂਟ ਦੀ ਵੀ ਜ਼ਰੂਰੀ ਆ। ਬਹੁਤ ਜ਼ਿਆਦਾ ਸਮਾਜਿਕ ਤੌਰ ਤੇ ਚੰਗੀਆਂ ਚੀਜ਼ਾਂ ਨੂੰ ਪੈਦਾ ਕਰਨਾ ਵੀ ਸਾਡੇ ਲਈ ਜ਼ਰੂਰੀ ਆ। ਮੈਂ ਇੱਟਾਂ ਦੇ ਮਕਾਨ 'ਚ ਨਹੀਂ ਸੁਰੱਖਿਅਤ ਜਿੰਨਾ ਚਿਰ ਮੇਰੇ ਆਲੇ ਦੁਆਲੇ ਦੇ ਲੋਕਾਂ ਦੇ ਸੁਭਾਅ ਵਧੀਆ ਨਹੀਂ ਹੈ। ਮੈਂ ਕੀ ਕਰਾਂਗਾ? ਇੱਟਾਂ ਨਾਲ ਮੈਂ ਕਿਵੇਂ ਜ਼ਿੰਦਗੀ ਕੱਟ ਲਾਂਗਾ? ਜੇ ਆਪਾਂ ਦੋ ਦੋਸਤ ਆ, ਸਾਨੂੰ ਕੋਈ 7 ਸਟਾਰ ਹੋਟਲ 'ਚ ਵੀ ਛੱਡ ਦੇਗਾ, ਜੇ ਸਾਡੇ ਦੋਨਾਂ ਦੇ ਸੁਭਾਅ ਨਹੀਂ ਚੰਗੇ ਤਾਂ ਅਸੀਂ ਕਿਵੇਂ ਜ਼ਿੰਦਗੀ ਜੀ ਲਾਂਗੇ 7 ਸਟਾਰ? ਸਭ ਤੋਂ ਪਹਿਲਾਂ ਚੰਗੇ ਸੁਭਾਅ ਜਿਹੜੇ ਸਿਰਜਣੇ ਉਹ ਬਹੁਤ ਜ਼ਰੂਰੀ ਆ। ਉਹਨਾਂ ਨੂੰ ਸਿਰਜਣ ਦੇ ਲਈ ਸਾਡੇ ਆਲੇ ਦੁਆਲੇ ਦੇ ਵਿੱਚ ਇਸ ਤਰ੍ਹਾਂ ਦਾ ਮਾਹੌਲ ਜਿਹੜਾ ਹੋਵੇ ਕਿ ਅਸੀਂ ਇਹ ਸੋਚੀਏ ਕਿ ਅਸੀਂ ਬੱਚਿਆਂ ਨੂੰ ਸਿਰਫ ਉਹ ਚੀਜ਼ਾਂ ਨਹੀਂ ਦੇਣੀਆਂ ਜਿਹੜੀਆਂ ਬੈਂਕ 'ਚ ਡਿਪੋਜ਼ਿਟ ਹੋ ਜਾਂਦੀਆਂ, ਕਿ ਅਸੀਂ ਇਹਨਾਂ ਨੂੰ ਪੈਸੇ ਦੇ ਦਿੱਤੇ, ਅਸੀਂ ਇਹਨਾਂ ਨੂੰ ਜਿਊਲਰੀ ਦੇ ਦਿੱਤੀ, ਇਹਨਾਂ ਨੂੰ ਗੱਡੀਆਂ ਦੀ ਆਰਸੀ ਇਹਨਾਂ ਦੇ ਨਾਂ ਕਰਾਤੀ, ਮਕਾਨ ਦਾ ਇੰਤਕਾਲ ਇਹਨਾਂ ਦੇ ਨਾਂ ਕਰਾਤਾ। ਉਹ ਚੀਜ਼ਾਂ ਜਿਹੜੀਆਂ ਪੁਸ਼ਤ ਦਰ ਪੁਸ਼ਤ ਸਾਡੇ ਬਹੁਤ ਬੇਹੱਦ ਸਿਆਣੇ ਬਜ਼ੁਰਗਾਂ ਨੇ ਸਾਂਭੀ ਰੱਖੀਆਂ। ਲੋਕ ਗੀਤ ਜਿਹੜੇ ਆਏ ਆ, ਇਹਨਾਂ ਨੂੰ ਕੋਈ ਲਿਖ ਕੇ ਤਾਂ ਲਿਆਇਆ ਨਹੀਂ, ਇਹ ਪੁਸ਼ਤ ਦਰ ਪੁਸ਼ਤ ਆਇਆ। ਦੰਦ ਕਥਾਵਾਂ ਨੇ ਸਾਡੇ ਨਾਲ, ਸਾਡੀ ਜ਼ਿੰਦਗੀ ਦੇ ਨਾਲ ਸਾਡੇ ਨਾਲ ਤੁਰੀਆਂ ਨੇ। ਬਿਲਕੁਲ। ਤੇ ਇਸੇ ਤਰ੍ਹਾਂ ਸਾਨੂੰ ਵੀ ਇਹ ਦੇਖਣਾ ਪੈਣਾ ਕਿ ਅਸੀਂ ਬੱਚਿਆਂ ਨੂੰ ਉਹ ਚੀਜ਼ਾਂ ਵੀ ਦੇਣੀਆਂ ਜਿਹੜੀਆਂ ਉਹਨਾਂ ਦੇ ਦਿਮਾਗਾਂ 'ਚ ਡਿਪੋਜ਼ਿਟ ਹੋ ਜਾਣ। ਸਿਰਫ ਬੈਂਕਾਂ ਵਾਲੀਆਂ ਨਹੀਂ ਦੇਣੀਆਂ। ਅਸੀਂ ਉਹਨਾਂ ਨੂੰ ਸੱਭਿਅਤਾ ਦੇਣੀ, ਉਹਨਾਂ ਨੂੰ ਇਤਿਹਾਸ ਦੇਣਾ, ਉਹਨਾਂ ਨੂੰ ਵਿਰਸਾ ਦੇਣਾ ਹੈ, ਉਹਨਾਂ ਨੂੰ ਸੰਗੀਤ ਦੇਣਾ ਹੈ, ਸਾਹਿਤ ਦੇਣਾ ਹੈ। ਚੰਗਾ ਸਾਹਿਤ ਤੇ ਚੰਗਾ ਸੰਗੀਤ ਜਿਹੜਾ ਆ ਉਹ ਕਿਸੇ ਵਿਅਕਤੀ ਦਾ ਪੱਧਰ ਨਿਸ਼ਚਿਤ ਕਰਦਾ। ਜਿਹੜੀ ਇਨਫਰਾਸਟ੍ਰਕਚਰ ਗਰੋਥ ਆ, ਇਹ ਡਿਵੈਲਪਮੈਂਟ ਗਰੋਥ ਹੋ ਸਕਦੀ ਆ। ਜੀ ਬਿਲਕੁਲ। ਬਟ ਸੋਸਾਇਟੀ ਦੀ ਡਿਵੈਲਪਮੈਂਟ ਜਿਹੜੀ ਆ ਕਿ ਸਮਾਜ ਡਿਵੈਲਪਡ ਹੈ ਕਿ ਨਹੀਂ ਹੈ, ਇਹ ਤਾਂ ਉਹ ਮਾਪਦੰਡ ਦੱਸਦੇ ਕਿ ਬੰਦਾ ਸੰਗੀਤ ਕਿਸ ਤਰ੍ਹਾਂ ਦਾ ਸੁਣਦਾ, ਬੰਦਾ ਸਾਹਿਤ ਕਿਸ ਤਰ੍ਹਾਂ ਦਾ ਪੜ੍ਹਦਾ। ਕਾਰਲ ਮਾਰਕਸ ਨੇ ਕਿਹਾ ਸੀ ਕਿ ਤੁਸੀਂ ਮੈਨੂੰ ਕਿਸੇ ਕੌਮ ਦੇ ਆਪਦੀ ਜਵਾਨੀ ਦੇ ਮੂੰਹ ਦੇ ਉੱਤੇ 4-5 ਗੀਤ ਨੇ ਉਹ ਦੱਸ ਦਿਓ, ਮੈਂ ਤੁਹਾਨੂੰ ਭਵਿੱਖ ਦੱਸ ਦਾਂਗਾ। ਸੋ ਇਸ ਕਰਕੇ ਸਾਡੇ ਤੇ, ਜੇ ਮੈਂ ਸੋਚਦਾ ਸਾਡੇ ਤੇ ਜ਼ਿੰਮੇਵਾਰੀ ਆ ਕਿ ਮੈਂ ਪੰਜਾਬ ਦੀ ਮਿੱਟੀ ਦਾ ਅੰਨ ਖਾ ਰਿਹਾ, ਪਾਣੀ ਪੀ ਰਿਹਾ, ਹਵਾ 'ਚ ਸਾਹ ਲੈ ਰਿਹਾ। ਮੇਰਾ ਫਰਜ਼ ਬਣਦਾ ਕਿ ਮੈਂ ਆਪਣੇ ਲਈ ਆਨੰਦਿਤ ਹੋ ਕੇ ਜ਼ਿੰਦਗੀ ਨਾ ਛੱਡ ਕਰਕੇ ਚਲਿਆ ਜਾਵਾਂ ਕਿ ਮੈਨੂੰ ਸੰਗੀਤ ਬਹੁਤ ਚੰਗਾ ਲੱਗਦਾ, ਮੈਨੂੰ ਸਾਹਿਤ ਬਹੁਤ ਚੰਗਾ ਲੱਗਦਾ, ਮੈਨੂੰ ਭਾਸ਼ਾ ਬੜੀ ਪਿਆਰੀ ਹੈ। ਜੇ ਮੈਂ ਆਪਣੇ ਵਰਗੇ, ਸਭ ਤੋਂ ਪਹਿਲਾਂ ਤਾਂ ਆਪਣੇ ਪਰਿਵਾਰ 'ਚ ਆਪਣੇ ਵਰਗਾ ਪਰਿਵਾਰ ਬੱਚਾ ਜਿਹੜਾ ਆ ਉਹ ਨਾ ਸਿਰਜ ਸਕਿਆ ਸੁਭਾਅ ਦੇ ਤੌਰ 'ਤੇ, ਤਾਂ ਮੇਰੀ ਕੋਈ ਕੰਟਰੀਬਿਊਸ਼ਨ ਨਹੀਂ ਹੈ। ਮੈਨੂੰ ਕੋਈ ਬੰਦਾ ਪੰਜਾਬੀ ਦਾ ਪ੍ਰੋਫੈਸਰ ਲੱਗਿਆ ਹੋਇਆ, ਉਹਨੇ ਅਨੇਕਾਂ ਤਰਜਮੇ ਕਰ ਦਿੱਤੇ, ਅਨੇਕਾਂ ਨਾਵਲ ਲਿਖ ਦਿੱਤੇ, ਨਾਟਕ ਲਿਖ ਦਿੱਤੇ, ਕਹਾਣੀਆਂ ਲਿਖ ਦਿੱਤੀਆਂ। ਜੇ ਉਹਦੇ ਪਰਿਵਾਰ 'ਚ ਉਹੋ ਜਿਹੇ ਲੋਕ ਨਹੀਂ ਪੈਦਾ ਹੋਏ, ਮੈਨੂੰ ਉਹਦੀ ਕੋਈ ਕੰਟਰੀਬਿਊਸ਼ਨ ਨਹੀਂ ਲੱਗਦੀ। ਉਹਦੀ ਕੰਟਰੀਬਿਊਸ਼ਨ ਤਾਂ ਹੀ ਆ। ਦੇਖੋ, ਮੈਂ ਕਹਾਂ ਵੀ ਮੈਂ ਸ਼ਾਸਤਰੀ ਸੰਗੀਤ ਨੂੰ ਪਸੰਦ ਕਰਦਾ, ਮੈਂ ਆਪਣੇ ਲਈ ਫੰਕਸ਼ਨ ਕਰਾ ਲਾ, ਸੁਣ ਕੇ ਖ਼ਤਮ ਕਰਦਾ। ਜੇ ਮੈਂ ਯੂਥ ਨੂੰ ਨਹੀਂ ਜੋੜਦਾ ਉਹਦੇ ਨਾਲ, ਤਾਂ ਫਿਰ ਮੇਰੇ ਤੱਕ ਰਹਿ ਗਈ ਚੀਜ਼। ਇਹ ਚੀਜ਼ ਅੱਗੇ ਕਿੱਦਾਂ ਜਾਏਗੀ? ਮੇਰੇ ਮਾਂ-ਬਾਪ ਸਿਆਣੇ ਸੀ, ਉਹਨਾਂ ਨੇ ਮੇਰੇ ਵਰਗਾ ਸਿਰਜ ਲਿਆ। ਜੇ ਮੈਂ ਨਹੀਂ ਸਿਆਣਾ ਹੋਊਗਾ, ਅਗਰ ਮੈਂ ਨਹੀਂ ਸਿਰਜਿਆ, ਤੇ ਫਿਰ ਤਾਂ ਮੈਂ ਖਤਮ। ਕਹਿੰਦੇ ਉਹ ਪਿਓ ਨੂੰ ਬੜੀ ਖੁਸ਼ੀ ਹੁੰਦੀ ਹੈ ਜਦੋਂ ਕੋਈ ਆਂਢ ਗਵਾਂਢ ਜਾਂ ਰਿਸ਼ਤੇਦਾਰ ਕਹਿੰਦਾ ਹੈ ਕਿ ਤੇਰਾ ਧੀ ਪੁੱਤ ਤੇਰੇ ਵਰਗਾ ਹੈ। ਹਾਂ, ਉਹ ਬੜੀ ਖੁਸ਼ੀ ਸੁਭਾਅ ਦੇ ਤੌਰ ਤੇ। ਜੇ ਮਾਂ-ਬਾਪ ਲਈ ਖੁਸ਼ੀ ਹੁੰਦੀ ਆ, ਤਸੱਲੀ ਹੁੰਦੀ ਆ ਜਦੋਂ ਉਹਨਾਂ ਦਾ ਬੱਚਾ ਵਿਚਾਰਧਾਰਕ ਤੌਰ ਤੇ ਉਹਨਾਂ ਦੀ ਵਿਚਾਰਧਾਰਾ ਨੂੰ ਅਪਣਾ ਲੈਂਦਾ। ਬਾਲੀ ਸਾਹਿਬ, ਤੁਸੀਂ ਸਰਕਾਰ ਦੇ ਫੈਸਲੇ ਦੀ ਗੱਲ ਕੀਤੀ, ਸਲਾਹਕਾਰ ਵੀ ਹੋ ਵੈਸੇ ਬੇਸ਼ੱਕ, ਪਰ ਜਦੋਂ ਅਸੀਂ ਬੋਰਡਾਂ ਤਖਤੀਆਂ ਦੀ ਗੱਲ ਕਰਦੇ ਹਾਂ ਕਿ ਤਖਤੀਆਂ ਤੇ ਪੰਜਾਬੀ ਲਿਖਾ ਕੇ ਕਾਨੂੰਨੀ ਕਾਰਵਾਈ ਦਾ, ਜਿਵੇਂ ਸਕੂਲਾਂ 'ਚ ਜੁਰਮਾਨਾ ਲਾਇਆ ਜਾਂਦਾ, ਉਵੇਂ ਇੱਕ ਡਰਾਵਾ ਦੇ ਕੇ ਇਹ ਤਖਤੀਆਂ ਲਾ ਲੈਣੀਆਂ, ਬਹੁਤ ਇਹ ਅਸੀਂ ਕਹਿ ਦਈਏ ਵੀ ਕਾਫੀ ਹੈ। ਇਹ ਬਹੁਤ ਵੱਡਾ ਕੰਮ ਹੈ, ਬਹੁਤ ਵੱਡਾ ਕੰਮ ਹੈ। ਕਿਉਂਕਿ ਜਦੋਂ ਅਸੀਂ ਮਿੱਟੀ ਦੀ ਮੁੱਠ ਭਰਦੇ ਹਾਂ, ਸਾਨੂੰ ਨਹੀਂ ਪਤਾ ਲੱਗਦਾ ਇਹ ਮਿੱਟੀ ਚੁੱਕ ਲਓ ਪੰਜਾਬ ਦੀ, ਇੱਧਰਲੇ ਹੱਥ 'ਚ ਹਰਿਆਣਾ ਦੀ,
ਤੁਹਾਨੂੰ ਪਤਾ ਲੱਗੇਗਾ ਕਿ ਇਹ 'ਚੋਂ ਕਿਹੜੀ ਮਿੱਟੀ ਪੰਜਾਬ ਦੀ ਹੈ ਤੇ ਕਿਹੜੀ ਹਰਿਆਣੇ ਦੀ ਹੈ। ਕਣਕ ਚੁੱਕ ਲਓ ਪੰਜਾਬ ਦੀ ਤੇ ਹਰਿਆਣੇ ਦੀ, ਤੁਹਾਨੂੰ ਨਹੀਂ ਪਤਾ ਲੱਗਣਾ। ਦੁੱਧ ਪਾ ਲਓ ਗਲਾਸਾਂ 'ਚ, ਪੰਜਾਬ ਦਾ ਹਰਿਆਣੇ ਦਾ ਨਹੀਂ ਪਤਾ ਲੱਗਣਾ। ਕਿ ਜਦੋਂ ਪੰਜਾਬ 'ਚ ਵੜੋਗੇ, ਇੱਕ ਬਿਲਡਿੰਗ ਦਾ ਆਰਕੀਟੈਕਟ ਜਿਹੜਾ ਤੁਹਾਨੂੰ ਨਹੀਂ ਦੱਸੇਗਾ ਕਿ ਇਹ ਪੰਜਾਬ ਦੀ ਬਿਲਡਿੰਗ ਆ ਕਿ ਹਰਿਆਣੇ ਦੀ ਬਿਲਡਿੰਗ ਆ। ਜਦੋਂ ਉਹਨਾਂ ਦੇ ਅੱਖਰ ਉੱਪਰ ਗੁਰਮੁਖੀ 'ਚ ਅੱਖਰ ਲਿਖੇ ਹੋਣਗੇ ਤਾਂ ਪਤਾ ਲੱਗੇਗਾ ਕਿ ਅਸੀਂ ਪੰਜਾਬ 'ਚ ਹਾਂ। ਸ਼ਬਦ ਅੱਖਰ ਜਿਹੜੇ ਆ ਉਹ ਕਿਸੇ ਸੱਭਿਅਤਾ ਦੀ ਪਹਿਚਾਣ ਆ। ਸੱਭਿਅਤਾ ਕੀ ਆ? ਇੱਕ ਰੱਥ ਚੱਲਿਆ ਆ ਰਿਹਾ ਹਜ਼ਾਰਾਂ ਸਾਲਾਂ ਤੋਂ, ਉਸ ਰੱਥ ਦੇ ਡੱਬੇ ਆ, ਉਹਦੇ ਤੇ ਕਿਤੇ ਸਾਡਾ ਸਾਹਿਤ ਪਿਆ, ਸੰਗੀਤ ਪਿਆ, ਪੁਰਾਤਨ ਗ੍ਰੰਥ ਪਿਆ, ਧਰਮ ਪਿਆ, ਜੀਵਨ ਸ਼ੈਲੀ ਪਿਆ, ਰੀਤੀ ਰਿਵਾਜ ਪਏ ਆ। ਉਹ ਸਭ ਕੁਛ ਨੂੰ ਖਿੱਚ ਕੌਣ ਰਹੀ ਆ? ਭਾਸ਼ਾ। ਭਾਸ਼ਾ ਨੂੰ ਖਿੱਚ ਕੇ ਲਿਆ ਰਹੀ ਆ। ਬਜ਼ੁਰਗ ਲੈ ਕੇ ਆਏ, ਇਹ ਰੱਥ ਮੇਰੇ ਤੱਕ ਆ ਗਿਆ, ਮੈਂ ਇਸ ਰੱਥ ਨੂੰ ਹੋਰ ਬਿਊਟੀਫਾਈ, ਹੋਰ ਸੁੰਦਰ, ਹੋਰ ਬਿਹਤਰ ਕਰਕੇ ਅਗਾਂਹ ਤੋੜ ਦੇਣਾ। ਇਸ ਕਰਕੇ ਜਦੋਂ ਬਸ਼ਰਤੇ ਵੀ ਹੈ ਨਾ ਵੀ ਇਹਦੀ ਚਾਲ ਨਹੀਂ ਬਦਲਣੀ। ਹਾਂ, ਨਹੀਂ, ਨੋ ਡਾਊਟ ਚਾਲ ਤਾਂ ਬਦਲਣ ਦਾ ਮਤਲਬ ਹੀ ਨਹੀਂ ਹੈ। ਚਾਲ ਕਿਉਂ ਬਦਲਣਾ? ਠੀਕ ਆ, ਤੁਸੀਂ ਦੁੱਧ ਤਾਂ ਦੁੱਧ ਹੀ ਰੱਖਣਾ ਨਾ। ਉਹ ਤੋਂ ਪਨੀਰ ਬਣਾ ਲਓ, ਤੁਸੀਂ ਬਰਫੀ ਬਣਾ ਲਓ, ਉਹਦੇ ਤੋਂ ਕੁਛ ਮਰਜ਼ੀ ਬਣਾ ਲਓ, ਲੇਕਿਨ ਬੇਸਿਕ ਜਿਹੜਾ ਕੰਟੈਂਟ ਆ, ਡੈਪਥ ਆਫ ਦੀ ਕੰਟੈਂਟ ਜਿਹੜੀ ਆ, ਉਹ ਨਹੀਂ ਬਦਲਣੀ ਚਾਹੀਦੀ। ਸੰਗੀਤ ਦੇ ਵੀ ਵੱਖ-ਵੱਖ ਰੂਪ ਆ ਰਹੇ, ਲੇਕਿਨ ਸੰਗੀਤ 'ਚੋਂ ਅਸਲ ਦੀ ਮਹਿਕ ਖਤਮ ਨਹੀਂ ਹੋਣੀ ਚਾਹੀਦੀ। ਸੋ ਮੇਰਾ ਇਹ ਆ ਕਿ ਜਦੋਂ ਜਿਵੇਂ CM ਸਾਹਿਬ ਨੇ ਕਿਹਾ, ਮੈਂ ਉਹ ਸੁਪਨਾ ਲੈ ਰਿਹਾ ਕਿ ਜਦੋਂ ਮੈਂ ਆਲੇ ਦੁਆਲੇ ਵੇਖਾਂਗਾ, ਮੈਨੂੰ ਸਭ ਪਾਸੇ ਗੁਰਮੁਖੀ ਦੇ ਅੱਖਰ ਦਿਖਣਗੇ, ਮੈਨੂੰ ਕਿੰਨਾ ਚੰਗਾ ਲੱਗੇਗਾ। ਮੈਨੂੰ ਲੱਗੇਗਾ ਕਿ ਇਹ ਊੜਾ, ਐੜਾ, ਈੜੀ ਇਹ ਮੇਰੇ ਆਪਣੇ ਸ਼ਬਦ ਆ। ਮੈਂ ਕਿਧਰੇ ਵੀ ਬਾਹਰ ਜਾ ਕੇ ਊੜਾ ਦੇਖਦਾ ਤਾਂ ਮੈਨੂੰ ਆਪਣਾ ਲੱਗਦਾ। ਮੈਂ ਜੂੜਾ ਦੇਖਦਾ, ਮੈਨੂੰ ਉਹ ਵੀ ਆਪਣਾ ਲੱਗਦਾ। ਮੈਨੂੰ ਲੱਗਦਾ ਇਸ ਬੰਦੇ ਦਾ ਊੜਾ ਵੀ ਮੇਰਾ ਆਪਣਾ ਆ। ਤੁਸੀਂ ਤੇ ਮੈਂ, ਅਸੀਂ ਅਫਰੀਕਾ 'ਚ ਮਿਲੀਏ ਅਚਾਨਕ, ਤਾਂ ਮੈਨੂੰ ਤੁਹਾਡੀ ਪੰਜਾਬੀ ਕਰਕੇ ਤੁਹਾਡਾ ਮੋਹ ਹੋ ਜਾਣਾ, ਤੁਹਾਡੇ ਜੂੜੇ ਕੇ ਦਸਤਾਰ ਕਰਕੇ ਮੈਨੂੰ ਤੁਹਾਡਾ ਮੋਹ ਹੋ ਜਾਣਾ। ਸੋ ਇਹ ਚੀਜ਼ਾਂ ਆਪਸ ਵਿੱਚ ਆਪਣੱਤ ਪੈਦਾ ਕਰਦੀਆਂ। ਔਰ ਵੱਡੀ ਗੱਲ ਜਿਹੜੀ ਆ ਕਿ ਅੱਜ ਸਮਾਜ ਵਿੱਚ ਲੋੜ ਆ ਸਮਾਜ ਦੇ ਏਕੇ ਦੀ, ਟੂਗੈਦਰਨੈਸ ਆਫ ਦੀ ਸੋਸਾਇਟੀ। ਮੇਰਾ ਧਰਮ ਤੁਹਾਨੂੰ ਤੁਹਾਡੇ ਧਰਮ ਤੋਂ ਵੱਖ ਕਰਦਾ। ਤੁਹਾਡਾ ਧਰਮ ਹੋ ਰਿਹਾ, ਮੇਰਾ ਧਰਮ ਹੋ ਰਿਹਾ, ਮੇਰੀ ਜਾਤ ਹੋ ਰਿਹਾ, ਤੁਹਾਡੀ ਜਾਤ ਹੋ ਰਿਹਾ, ਮੇਰੇ ਰੀਤੀ ਰਿਵਾਜ, ਵਿਆਹ ਦੇ ਜਿਹੜੇ ਹੈਗੇ ਆ ਰੀਤੀ ਰਿਵਾਜ, ਉਹ ਹੋ ਰਿਹਾ, ਤੁਹਾਡੇ ਹੋ ਰਿਹਾ। ਪਰ ਤੁਹਾਡੀ ਤੇ ਮੇਰੀ ਕੀ ਸਾਂਝੀ ਆ? ਪੰਜਾਬੀ ਭਾਸ਼ਾ। ਭਾਸ਼ਾ ਸਾਡੀ ਇੱਕ ਅੰਬਰੇਲਾ ਆ, ਜਿਹਦੀ ਛਾਂ 'ਚ, ਜਿਹਦੇ ਥੱਲੇ ਅਸੀਂ ਸਾਰੇ ਇਕੱਠੇ ਆ। ਇਹ ਸਮਾਜ ਵਿੱਚ ਦੀ ਏਕੇ ਦੀ ਤੰਦ ਪੈਦਾ ਕਰਦੀ ਆ। ਮੈਨੂੰ ਬੜੀ ਚੰਗੀ ਲੱਗਦੀ ਆ ਕਿ ਜਦੋਂ ਇੱਕ ਜਿਹੜਾ ਹਿੰਦੂ ਆ, ਇੱਕ ਮੁਸਲਮਾਨ ਆ, ਉਹ ਮੇਰੇ ਤੋਂ ਵਧੀਆ ਪੰਜਾਬੀ ਬੋਲਦਾ, ਮੈਨੂੰ ਬੜਾ ਚੰਗਾ ਲੱਗਦਾ। ਮੈਨੂੰ ਲੱਗਦਾ ਹੁੰਦਾ ਜੇ ਕੋਈ ਈਸਾਈ ਆਏਗਾ, ਉਹ ਸਾਡੇ ਤਿੰਨਾਂ ਨਾਲੋਂ ਵਧੀਆ ਬੋਲੇ, ਆਈ ਵੁੱਡ ਲਵ ਹਿਮ। ਕਿ ਮੈਨੂੰ ਲੱਗਦਾ ਕਿ ਪੰਜਾਬੀ ਜਿਹੜੀ ਹੈ ਸਾਨੂੰ ਇੱਕ ਬਹੁਤ ਕਰੇਗੀ, ਸਾਨੂੰ ਇੱਕ ਦੂਜੇ ਦੇ ਦੁੱਖਾਂ ਸੁੱਖਾਂ 'ਚ ਪਿਆਰ ਨੇੜੇ ਕਰੇਗੀ, ਹੈ ਨਾ। ਧਰਮ ਸਾਡੀ ਜੀਵਨ ਜਾਚ ਆ, ਪਰ ਲੇਕਿਨ ਵੱਖਰ ਵੀ ਕਰ ਦਿੰਦੇ ਆ। ਅਸੀਂ ਇਕੱਠੇ ਜਾ ਰਹੇ, ਤੁਸੀਂ ਕਹੋਗੇ ਮੈਂ ਗੁਰਦੁਆਰੇ ਜਾਣਾ, ਮੈਂ ਕਹੂੰਗਾ ਮੈਂ ਮੰਦਿਰ ਜਾਣਾ, ਸਾਨੂੰ ਅਲੱਗ-ਅਲੱਗ ਕਰ ਦਿੱਤਾ। ਲੇਕਿਨ ਜਦੋਂ ਅਸੀਂ ਕਿਤੇ ਪੰਜਾਬੀ ਦੇ ਸੈਮੀਨਾਰ ਜਾ ਰਹੇ ਹੈਗੇ, ਅੱਜ ਆਪਾਂ ਦੋਵੇਂ ਚੱਲਦੇ ਹਾਂ, ਹੈ ਨਾ। ਦਿਸ ਇਜ਼ ਫॉर ਦੀ ਟੂਗੈਦਰਨੈਸ ਆਫ ਦੀ ਸੋਸਾਇਟੀ। ਮੈਂ ਤਾਂ ਉਹ ਸੁਪਨਾ ਵੇਖ ਰਿਹਾ ਕਿ ਜਦੋਂ ਸਾਰੇ ਬੋਰਡ ਪੰਜਾਬੀ 'ਚ ਲੱਗੇ ਹੋਣਗੇ, ਉਹ ਅੱਖਰ ਦੇਖ ਕੇ ਸਾਡੇ ਬੱਚਿਆਂ ਦੇ ਅੰਦਰ ਆਤਮ ਵਿਸ਼ਵਾਸ ਪੈਦਾ ਹੋਏਗਾ। ਜਦੋਂ ਬੱਚਾ 버ਗਰ ਕਿੰਗ 'ਚ, ਜਿਵੇਂ ਕੱਲ੍ਹ CM ਸਾਹਿਬ ਦਾ ਵੀ ਟਵੀਟ ਸੀਗਾ, ਉਹ 버ਗਰ ਕਿੰਗ ਦੇ ਅੰਦਰ ਜਾਏਗਾ ਕਿ ਦੇਖੋ ਪੰਜਾਬੀ 'ਚ ਲਿਖਿਆ ਹੋਇਆ। ਇੱਕ ਸਿਰਫ ਇਹ ਮਾਣ ਪੈਦਾ ਕਰਨ ਵਾਲੀ ਗੱਲ ਆ। ਮਾਣ ਪੈਦਾ ਹੋਏਗਾ ਤਾਂ ਲੋਕੀ ਉਹਨੂੰ ਖਿੱਚਣਾ ਸ਼ੁਰੂ ਕਰ ਦਿੰਦੇ ਆ। ਵੱਡੇ ਬ੍ਰਾਂਡਸ ਨੇ ਆਪਦੀਆਂ ਤਖਤੀਆਂ ਪੰਜਾਬੀ 'ਚ ਕਰ ਲਈਆਂ। ਦੇਖੋ ਇਹ ਅਸਰ ਹੈ ਨਾ ਇਸ ਚੀਜ਼ ਦਾ। ਹਾਂਜੀ, ਇਹ ਬੜਾ ਚੰਗਾ ਲੱਗਦਾ ਜਦੋਂ ਅਸੀਂ ਨਾਈਕੀ ਦੇ ਸ਼ੋਰੂਮ ਦੇ ਬੋਰਡ ਤੇ ਪੜ੍ਹਦੇ ਆ ਕਿ ਨੰਨੇ ਨੂੰ ਕੰਨਾ, ਈੜੀ ਨੂੰ ਬਿਹਾਰੀ, ਕੱਕੇ ਨੂੰ ਬਿਹਾਰੀ ਪਾ ਕੇ ਨਾਈਕੀ ਆ। ਪਰ ਇੱਥੇ ਜਦੋਂ ਇੱਕ ਸਵਾਲ, ਇੱਕ ਬਲੀ ਸਾਹਿਬ ਜ਼ਰੂਰ ਬੜਾ ਜ਼ਰੂਰੀ ਹੈ ਕਿ ਅਸੀਂ ਮਹਿਕਮੇ ਨੂੰ ਵਿਭਾਗ ਲਿਖਣ ਲੱਗ ਪਏ। ਅਸੀਂ ਊੜਾ ਊਠ ਕਰਤਾ, ਜਿਹੜਾ ਬੱਬਾ ਬੋਤਾ ਬਣਦਾ। ਅਸੀਂ ਹਿੰਦੀ ਤੇ ਅੰਗਰੇਜ਼ੀ ਦਾ ਜਿਹੜਾ ਪ੍ਰਭਾਵ ਆ ਹਜੇ ਤੱਕ ਨਹੀਂ ਛੱਡ ਪਾ ਰਹੇ। ਮੈਂ ਇੱਟ ਦੀ ਗੱਲ ਕੀਤੀ ਸੀ, ਇੱਕ ਕਿੱਟ ਲਾ ਕੇ ਇੱਕ ਮਕਾਨ ਬਣਦਾ, ਇੱਕ ਮਹਿਲ ਬਣਦਾ, ਪਰ ਉਹ ਇੱਟ ਤਾਂ ਸ਼ਬਦ ਨੇ ਪੰਜਾਬੀ ਦੇ। ਉਹ ਕੱਲੇ ਸ਼ਬਦ ਜਿਹੜੇ ਵਿਸਰ ਜਾ ਰਹੇ ਨੇ, ਭੁੱਲੇ ਜਾ ਰਹੇ ਨੇ, ਉਹ ਬਚਾਉਣ ਦੀ ਲੋੜ ਵੀ ਹੈ। ਦੇਖੋ ਇਹ ਬਹੁਤ ਤੁਹਾਡਾ ਜਿਹੜਾ ਪ੍ਰਸ਼ਨ ਹੈ ਨਾ, ਟੈਕਨੀਕਲ ਇਹ ਹੈਗਾ। ਇਹ ਭਾਸ਼ਾ ਦੇ ਗੂੜ ਗਿਆਨ ਦਾ ਹੈ, ਲਿੰਗੁਇਸਟਿਕਸ, ਜਿਹਨੂੰ ਅਸੀਂ ਭਾਸ਼ਾ ਵਿਗਿਆਨ ਕਹਿੰਦੇ ਹਾਂ। ਕਿ ਵੈਸੇ ਚੰਗੀ ਗੱਲ ਆ, ਮੈਂ ਗੱਲ ਵੀ ਕਰਾਂਗਾ ਜਿਹੜੇ ਸਾਡੇ ਮੰਤਰੀ ਨੇ ਇਸ ਵਿਭਾਗ ਦੇ ਜਾਂ ਭਾਸ਼ਾ ਵਿਭਾਗ ਨਾਲ ਵੀ, ਕਿ ਅਸੀਂ ਵੀ ਨਵੇਂ ਸ਼ਬਦ ਸਿਰਜੀਏ। ਨਵੇਂ ਸ਼ਬਦ ਸਿਰਜ ਕੇ ਉਹਨਾਂ ਨੂੰ, ਨਵੇਂ ਸ਼ਬਦਾਂ ਨੂੰ ਐਸਾ ਰੂਪ ਦਿੱਤਾ ਜਾਵੇ ਕਿ ਉਹ ਫਿਰ ਸਾਰੇ ਵਰਤਣ। ਅੱਜ ਇੱਕ ਕਨਫਲਿਕਟ ਆ ਗਿਆ ਹੈ ਕਿ
ਜਿਵੇਂ ਜਿਹੜਾ ਹੈਗਾ ਫੋਨ ਦੇ ਉੱਤੇ ਸਿਸਟਮ ਆਉਂਦਾ ਨਾ, ਯੂਨੀਕ ਕੀ ਕਹਿੰਦੇ ਉਹਨੂੰ, ਮੈਨੂੰ ਯਾਦ ਨਹੀਂ ਹੈ, ਉਹ ਉਸ ਫਾਰਮੈਟ ਵਿੱਚ ਜਿੱਦਾਂ ਅਸੀਂ ਲਿਖਦੇ ਆ ਐੜੇ ਤੇ ਅੱਧਕ ਖੱਖਾ ਅੱਖ, ਅਸੀਂ ਇਵੇਂ ਪੜ੍ਹਿਆ। ਜਿਹੜਾ CBSE ਬੋਰਡ ਆ ਉਹ ਐੜਾ ਖੱਖਾ ਅੱਖ ਪੜ੍ਹਾਉਂਦਾ ਹੈ, ਅੱਧਕ ਕੱਢ ਦਿੱਤੀ। ਉਹ ਕਨਫਲਿਕਟ ਆ। ਮੇਰਾ ਬੇਟਾ ਜਦੋਂ ਉਹਨੇ ਕਲਾਸ 'ਚੋਂ ਲੈ ਕੇ ਆਉਣਾ ਆਪਣੇ, ਤਾਂ ਉਹਦੇ ਟੀਚਰ ਨੇ ਸਹੀ ਕੀਤੀਆਂ ਹੋਣੀਆਂ, ਤਾਂ ਮੈਂ ਰੈੱਡ ਪੈਨ ਨਾਲ ਗਲਤ ਕਰ ਦੇਣੀ। ਮੈਂ ਕਿਹਾ ਨੋ, ਗਲਤ ਆ। ਉਹਨੇ ਕਹਿਣਾ ਤੁਸੀਂ ਮੇਰੀ ਕਾਪੀ ਖਰਾਬ ਕਰ ਰਹੇ ਹੋ। ਮੈਂ ਕਿਹਾ ਨਹੀਂ, ਇਹ ਗਲਤ ਆ। ਤੁਸੀਂ ਮੈਡਮ ਨੂੰ ਵੀ ਗਲਤ ਪਾਤਾ। ਹਾਂ, ਮੈਂ ਕਿਹਾ ਨਹੀਂ, ਤੂੰ ਗਲਤ ਲਿਖਦਾ ਆ ਤੇ ਤੇਰੀ ਮੈਡਮ ਤੈਨੂੰ ਗਲਤ ਤਰੀਕੇ ਨਾਲ ਸਹੀ ਕਹੀ ਜਾਂਦੀ ਹੈ, ਨਹੀਂ ਇਹ ਗਲਤ ਆ। ਪਰ ਜਦੋਂ ਮੈਂ ਉਹਦੇ ਅੱਗੇ ਗਿਆ ਤਾਂ ਮੈਂ ਦੇਖਿਆ ਕਿ ਜਿਹੜਾ CBSE ਦਾ ਜਿਹੜਾ ਬੋਰਡ ਦਾ ਸਟਾਈਲ ਆ ਸ਼ਬਦਾਂ ਦਾ, ਇਹਨੂੰ ਡੈਫੀਨੇਟਲੀ ਇੱਕ ਤੌਰ ਤੇ, ਇਹਨੂੰ ਇੱਕ ਸਮੂਹਿਕ ਤੌਰ ਤੇ ਇੱਕ ਟੈਕਸਟ ਜਿਹੜਾ ਆ ਉਹ ਦੇਣਾ ਚਾਹੀਦਾ। ਉਹਦੇ ਨਾਲ ਕੀ ਹੋਏਗਾ, ਟਾਈਪਿੰਗ ਵੀ ਈਜ਼ੀ ਹੋ ਜਾਏਗੀ, ਪੜ੍ਹਨਾ ਵੀ ਈਜ਼ੀ ਹੋ ਜਾਏਗਾ। ਸਾਡੇ ਬੱਚੇ ਦੇਖੋ, ਜਿਹੜਾ ਕੋਈ ਡਾਕਟਰ ਦਿੰਦਾ ਨਾ ਕਿਸੇ ਨੂੰ ਦਵਾਈ, ਉਹ ਕਿਸੇ ਇੱਕ ਮਰੀਜ਼ ਨੂੰ ਗਲਤ ਦਵਾਈ ਦੇ ਦਿੰਦਾ। ਉਹ ਕੋਈ ਇੱਕ ਮਰੀਜ਼ ਨੂੰ ਜ਼ਿਆਦਾ ਬਿਮਾਰ ਕਰ ਸਕਦਾ, ਮਰੀਜ਼ ਦਾ ਨੁਕਸਾਨ ਕਰ ਸਕਦਾ। ਪਰ ਜਦੋਂ ਕੋਈ ਸੱਭਿਆਚਾਰ ਜਾਂ ਕੋਈ ਸੰਸਥਾ ਸ਼ਬਦ ਗਲਤ ਦੇ ਦਿੰਦੀ ਹੈ ਨਾ, ਉਹ ਸਦੀਆਂ ਤੱਕ ਨੁਕਸਾਨ, ਉਹ ਪੂਰੀ ਸੱਭਿਅਤਾ ਦਾ ਨੁਕਸਾਨ ਹੋ ਜਾਂਦਾ। ਉਹ ਇੱਕ ਜਿਹੜਾ ਵਿਦਵਾਨ ਆ, ਜਦੋਂ ਗਲਤ ਸ਼ਬਦ ਦੇ ਦਿੰਦਾ, ਉਹ ਕਿਸੇ ਇੱਕ ਡਾਕਟਰ, ਕਿਸੇ ਇੱਕ ਮਰੀਜ਼ ਕੋਲ ਨਹੀਂ ਜਾਂਦਾ, ਉਹ ਸਮੁੱਚੀ ਸੱਭਿਅਤਾ ਕੋਲ ਜਾਂਦਾ। ਇਸ ਕਰਕੇ ਮੈਂ ਇਹ ਤੁਹਾਡਾ ਮੈਨੂੰ ਆਈਡੀਆ ਬਹੁਤ ਵਧੀਆ ਲੱਗਿਆ। ਇਹਨੂੰ ਇਸ ਤਰੀਕੇ ਨਾਲ ਕਰਾਂਗੇ ਕਿ ਵੀ ਟੈਕਸਟ ਜਿਹੜਾ ਆ ਇੱਕ ਟੈਕਸਟ ਜਾਵੇ, ਇਹਦੇ ਨਾਲ ਬਹੁਤ ਈਜ਼ੀ ਹੋ ਜਾਣਾ ਸਿੱਖਣਾ। ਮਰਿਆਦਾ ਹਰ ਇੱਕ ਚੀਜ਼ ਦੀ ਆ ਬਲੀ ਸਾਹਿਬ, ਭਾਸ਼ਾ ਦੀ, ਬੋਲੀ ਦੇ ਕਾਵ ਦੀ ਮਰਿਆਦਾ ਆ। ਜਦੋਂ 35 ਸਿਰਜੀ ਗਈ ਤਾਂ ਹੌਲੀ ਹੌਲੀ ਉਹ ਸੁਚੱਜੇ ਰੂਪ 'ਚ, ਸੁਚਾਰੂ ਰੂਪ 'ਚ ਸਾਡੇ ਕੋਲ ਪਹੁੰਚੀ ਹੈ। ਉਸੇ ਰੂਪ ਨੂੰ ਬਰਕਰਾਰ ਰੱਖਣਾ ਸਾਡਾ ਇਹ ਕਾਵ ਦਾ, ਅਸੀਂ ਕਹਿੰਦੇ ਜ਼ਿੰਮੇਵਾਰੀ ਬਣਦੀ ਹੈ। ਅੱਜ ਜਿਵੇਂ ਤੁਸੀਂ ਗੱਲ ਕੀਤੀ ਕਿ ਅੱਧਾ ਖਤਮ ਹੋ ਗਈ, ਸਿਹਾਰੀਆਂ ਬਿਹਾਰੀਆਂ ਜਾਂ ਪੈਰ ਥੱਲੇ ਅੱਖਰ ਪਾਉਣ ਦਾ ਰਿਵਾਜ਼ ਖਤਮ ਹੋ ਰਿਹਾ, ਜਾਂ ਪੈਰ ਥੱਲੇ ਜੀ ਬਿੰਦੀ ਪੈਂਦੀ ਹੈ ਉਹ ਖਤਮ ਹੋ ਗਿਆ। ਉਚਾਰਨ ਇਸ ਤਰੀਕੇ ਦਾ ਹੋ ਗਿਆ ਕਿ ਪਾਣੀ ਨੂੰ ਨਾਣੇ ਨੂੰ ਨੰਨੇ ਨਾਲ ਪਾਣੀ ਬੋਲਣ ਲੱਗ ਪਏ, ਕਣਕ ਨੂੰ ਕਣਕ ਬੋਲਣ ਲੱਗ ਪਏ। ਇਹ ਚੀਜ਼ਾਂ ਕਿਤੇ ਨਾ ਕਿਤੇ ਸਾਨੂੰ ਦੂਜੀਆਂ ਭਾਸ਼ਾਵਾਂ ਦਾ ਪ੍ਰਭਾਵ ਤਾਂ ਦਿਖਾਉਂਦੀਆਂ ਨੇ, ਪਰ ਇਹਦੇ ਨਾਲ ਆਹਿਸਤਾ ਹੌਲੀ ਹੌਲੀ ਅਸੀਂ ਆਪ ਦਾ ਅਸਲੀ ਜਿਹੜਾ ਵਜੂਦ ਹੈ ਨਾ ਉਹ ਛੱਡਦੇ ਜਾ ਰਹੇ। ਮੈਨੂੰ ਲੱਗਦਾ ਕਿ ਜਦੋਂ ਅਸੀਂ ਛੋਟੇ ਸੀ, ਜਿਹੜਾ ਸਾਨੂੰ ਦੋ ਪਹਾੜੇ ਅਸੀਂ ਪੜ੍ਹਦੇ ਹੁੰਦੇ ਸੀ ਉੱਚੀ, ਉਹਦੇ ਨਾਲ ਇੱਕ ਤਾਂ ਸਾਡਾ ਉਚਾਰਨ ਵੀ ਸ਼ੁੱਧ ਹੁੰਦਾ ਸੀ, ਸਾਨੂੰ ਮੈਥਮੈਟਿਕ ਯਾਦ ਵੀ ਹੁੰਦਾ ਸੀ, ਔਰ ਨਾਲ ਦੀ ਨਾਲ ਸਾਡੀ ਟੋਨ ਵੀ ਬਣਦੀ ਸੀ ਇੱਕ ਕਿ, ਔਰ ਸਾਡੇ ਬੰਦੇ ਅੰਦਰ ਲੀਡਰ ਕੁਆਲਿਟੀਜ਼ ਵੀ ਪੈਦਾ ਹੁੰਦੀਆਂ ਕਿ ਜਦੋਂ ਤੁਸੀਂ ਕਲਾਸ ਦੇ ਮੋਹਰੇ ਆ ਕੇ ਬੱਚੇ ਨੇ ਉਹ ਕੁਝ ਪੜ੍ਹਨਾ, ਜਦੋਂ ਊੜਾ ਆੜਾ ਵੀ ਅਸੀਂ ਹੇਕਾ ਲਾ ਕੇ ਪੜ੍ਹਨਾ, ਜਿੱਜ ਪੈਰ ਬਿੰਦੀ ਜਾ ਬੋਲਦੇ ਹੈ ਨਾ, ਜਦੋਂ ਅਸੀਂ ਉਹ ਕੁਝ ਬੋਲਦੇ ਸੀਗੇ ਤਾਂ ਉਹਦੇ ਨਾਲ ਸਾਡੇ ਅੰਦਰ ਇੱਕ ਫਲੋ ਪੈਦਾ ਹੁੰਦਾ ਸੀ, ਇੱਕ ਰਵਾਨਗੀ ਆਉਂਦੀ ਸੀ ਭਾਸ਼ਾ ਦੀ, ਸ਼ਬਦ। ਔਰ ਜਦੋਂ ਅਸੀਂ ਕਲਾਸ ਦੇ ਵਿੱਚ ਅਸੀਂ ਬਹੁਤ ਵਾਰੀ ਕੋਈ ਚੈਪਟਰ ਜਿਹੜਾ ਹੁੰਦਾ ਸੀ, ਟੀਚਰ ਨੇ ਕਹਿਣਾ ਅੱਜ ਤੂੰ ਪੜ੍ਹ ਕੇ ਸੁਣਾ। ਜਦੋਂ ਉਹ ਬੱਚਾ ਪੜ੍ਹਦਾ ਆ ਪੰਜਾਬੀ ਦਾ ਲੇਖ, ਕਲਾਸ ਦੇ ਮੂਹਰੇ ਖੜ੍ਹ ਕੇ ਪੜ੍ਹਦਾ, ਉੱਚੀ ਪੜ੍ਹਦਾ, ਮੈਂ ਅੱਜ ਦੇਖਦਾ ਬੱਚਿਆਂ ਦੇ ਉਚਾਰਨ ਦੀ ਸ਼ੁੱਧ, ਲਿਖਣ ਦੀ ਤਾਂ ਸੈਕੰਡ ਨੰਬਰ ਆ, ਲਿਖਣ 'ਚ ਤਾਂ ਗਲਤੀਆਂ ਬੇਸ਼ੁਮਾਰ ਆ, ਲੇਕਿਨ ਉਚਾਰਨ, ਬੋਲਣ 'ਚ ਵੀ ਉਚਾਰਨ ਦੀ ਸ਼ੁੱਧਤਾ ਜਿਹੜੀ ਆ ਉਹ ਬਹੁਤ ਤੰਗ ਕਰਦੀ ਆ ਮੈਨੂੰ। ਤੇ ਇਹਦਾ ਜਦੋਂ ਕੋਈ ਬੰਦਾ ਗਲਤ ਬੋਲਦਾ ਨਾ, ਮੈਨੂੰ ਇਵੇਂ ਲੱਗਦਾ ਕਿ ਮੇਰੇ ਸੂਈਆਂ ਚੁੱਭ ਰਹੀਆਂ ਹੈ ਨਾ, ਮਤਲਬ ਮੈਂ ਕਿਤੇ ਲੰਘਦਾ ਵੜਦਾ ਦੇਖ ਲਵਾਂ, ਕੋਈ ਅੱਖਰ ਗਲਤ ਦੇਖ ਲਵਾਂ, ਮੈਨੂੰ ਉਹ ਵੀ ਲੱਗਦਾ ਵੀ ਮੈਂ ਇਹਨੂੰ ਹੁਣੇ ਇੱਥੇ ਖੜ ਕੇ ਪੌੜੀ ਲੈ ਕੇ ਮੈਂ ਇਹਨੂੰ ਠੀਕ ਕਰਦਾ। ਮਤਲਬ ਇੰਨਾ ਮੈਨੂੰ ਨਾ ਇਰੀਟੇਟ ਕਰਦੀ ਹੈ। ਇਹ ਹੋਣਾ ਵੀ ਚਾਹੀਦਾ। ਮੈਨੂੰ ਇਹ ਲੱਗਦਾ ਕਿ ਨਹੀਂ, ਅਸੀਂ ਮੇਰਾ ਨਹੀਂ ਨੁਕਸਾਨ ਹੈਗਾ, ਇਹ ਮੇਰੀ ਆਉਣ ਵਾਲੀ ਪੀੜ੍ਹੀ ਦਾ ਨੁਕਸਾਨ ਆ। ਇਹੀ ਕੁਛ ਮੇਰੀ ਅਗਲੀ ਪੀੜ੍ਹੀ ਕੋਲ ਚੱਲ ਜਾਣਾ, ਫਿਰ ਇਹ ਪੱਕਾ ਹੋ ਜਾਣਾ। ਪੱਕਾ ਹੋ ਜਾਏਗਾ ਤਾਂ ਮੈਂ ਦੁਬਾਰਾ ਮੇਰੇ ਕੋਲੋਂ ਚੀਜ਼ ਬਦਲੀ ਨਹੀਂ ਜਾ ਸਕਦੀ। ਜਦੋਂ ਚੀਜ਼ ਮੇਰੇ ਹੱਥ 'ਚ ਆ ਤਾਂ ਮੈਂ ਬਦਲ ਸਕਦਾ, ਜਦੋਂ ਉਹ ਲੋਕਾਂ 'ਚ ਚਲੇਗੀ ਉੱਥੋਂ ਬਦਲਣੀ ਔਖੀ ਹੈ। ਪਰ ਇਹਦੇ ਵਿੱਚ ਜ਼ਿੰਮੇਵਾਰੀ ਤੁਸੀਂ ਜ਼ਿਆਦਾ ਜਦੋਂ ਉਚਾਰਨ ਦੀ ਗੱਲ ਆ ਜਾਂਦੀ ਹੈ, ਕਿਹਦੀ ਮੰਨਦੇ ਹੋ? ਰੰਗਮੰਚ ਦੀ ਮੈਂ ਗੱਲ ਜ਼ਰੂਰ ਕਰੂੰਗਾ, ਤੁਸੀਂ ਜੁੜੇ ਹੋਏ ਹੋ ਸਾਹਿਤ ਦੇ ਖੇਤਰ ਨਾਲ, ਸੰਗੀਤ ਦੇ ਖੇਤਰ ਨਾਲ। ਰੰਗਮੰਚ ਹੋ ਗਿਆ, ਚਾਹੇ ਸੰਗੀਤ ਦੀਆਂ ਸਟੇਜਾਂ ਹੋਣ, ਕਿ ਅੱਜ ਦਾ ਜੋ ਯੁੱਗ ਆ, ਅੱਜ ਦਾ ਜੋ ਅਸੀਂ ਕਹਿ ਦਈਏ ਕਿ ਪੱਛਮੀ ਸੱਭਿਅਤਾ ਦਾ ਪ੍ਰਭਾਵ ਜਿਹੜਾ ਕਿ ਮਿਊਜ਼ਿਕ, ਸੰਗੀਤ ਸਾਨੂੰ ਪਰੋਸਿਆ ਜਾ ਰਿਹਾ, ਮੰਨਦੇ ਹੋ ਉਹ ਵੀ ਇੱਕ ਬਹੁਤ ਵੱਡਾ ਕਾਰਨ ਹੈ ਕਿ ਉਚਾਰਨ ਗਲਤ ਹੋ ਰਹੇ ਨੇ? ਬਹੁਤ ਗਲਤ ਆ। ਮੈਂ ਸੰਗੀਤ ਦੇ ਉਸ ਰੂਪ ਨਾਲ ਬਿਲਕੁਲ ਵੀ ਸਹਿਮਤ ਨਹੀਂ ਹਾਂ ਜਿੱਥੇ ਭਾਸ਼ਾ ਨਾਲ, ਸੱਭਿਆਚਾਰ ਨਾਲ, ਭਾਵਨਾਵਾਂ ਨਾਲ ਖਿਲਵਾੜ ਹੋਵੇ, ਉਹਦਾ ਨਵਾਂ ਰੂਪ ਦਿੱਤਾ ਜਾਵੇ। ਖੈਰ ਹੁਣ ਫਿਰ ਗੱਲ ਆਉਂਦੀ ਹੈ ਸਰਕਾਰ ਦੀ ਪ੍ਰਸ਼ੰਸਾ ਦੀ ਕਿ ਸਰਕਾਰ ਨੇ ਜਿਸ ਤਰੀਕੇ ਨਾਲ ਹਥਿਆਰਾਂ ਵਾਲੇ ਗੀਤਾਂ ਤੇ, ਨਸ਼ਿਆਂ ਵਾਲੇ ਗੀਤਾਂ ਤੇ ਪਾਬੰਦੀਆਂ ਲਾਈਆਂ, ਉਹਦੇ ਨਾਲ ਕੁਛ ਠੱਲ ਪਈ ਆ। ਲੋਕਾਂ ਨੇ, ਮੈਨੂੰ ਕਈਆਂ ਲੋਕਾਂ ਦੇ ਫੋਨ ਹੈ ਕਿ ਸਾਡੇ 2-3 ਦਿਨ ਗਾਣੇ ਬਣੇ ਪਏ ਆ
ਹੁਣ ਉਹਨੂੰ ਨਹੀਂ ਯਾਰ ਸਰ ਅਸੀਂ ਤਾਂ ਉਹ ਗਲਤੀ ਕਰ ਲਈ, ਹਥਿਆਰਾਂ ਵਾਲਾ ਗਾਣਾ ਬਣਾ, ਹੁਣ ਅਸੀਂ ਦੁਬਾਰਾ ਤੋਂ ਉਹਨੂੰ ਬਣਾ ਰਹੇ ਹਾਂ। ਤਾਂ ਇਹਦੇ ਨਾਲ ਬਹੁਤ ਚੰਗਾ ਹੋਏਗਾ ਔਰ ਇਹਦੇ ਨਾਲ ਹੀ ਜਿਹੜਾ ਅਸੀਂ ਇਹ ਚੀਜ਼ਾਂ ਅਸਰ ਕਰਦੀਆਂ। ਜੋ ਅਸੀਂ ਗੀਤਾਂ 'ਚ ਦਿਖਾਵਾਂਗੇ ਉਹਨੂੰ ਯੂਥ ਫੋਲੋ ਕਰਦਾ, ਯੂਥ 'ਤੇ ਉਹ ਚੀਜ਼ ਅਸਰ ਕਰਦੀ ਹੈ। ਔਰ ਜਦੋਂ ਹੁਣ ਮਾਹੌਲ ਇਸ ਤਰ੍ਹਾਂ ਦਾ ਹੋ ਜਾਏਗਾ ਕਿ ਇਸ ਤਰ੍ਹਾਂ ਦੇ ਗਾਣੇ ਨਹੀਂ ਬਣਨੇ, ਉਸ ਤਰ੍ਹਾਂ ਦੇ ਗਾਣੇ ਨਹੀਂ ਬਣਨੇ, ਤਾਂ ਉਹ ਯੂਥ ਵੀ ਉਹਨੂੰ ਫੋਲੋ ਕਰੇਗਾ। ਸੋ ਇਸ ਰੰਗਮੰਚ ਦੇ ਪ੍ਰਤੀ ਮੇਰੇ ਮਨ 'ਚ ਪਤਾ ਨਹੀਂ ਹਰ ਵੇਲੇ ਦੁੱਖ ਰਹਿੰਦਾ ਕਿ ਪੰਜਾਬ ਦੇ ਵਿੱਚ ਰੰਗਮੰਚ ਜਿਹੜਾ ਆ ਉਹਦਾ ਸਤਿਕਾਰ ਨਹੀਂ ਹੋਇਆ, ਅੱਜ ਤੱਕ ਨਹੀਂ ਹੋਇਆ ਕਦੇ ਵੀ। ਰੰਗਮੰਚ ਮੈਂ ਆਪਣੀ ਫਿਲਮਾਂ ਵੀ ਦੇਖਦਾ ਪੰਜਾਬੀ ਦੀਆਂ, ਮੈਨੂੰ ਇਹ ਲੱਗਦਾ ਹੁੰਦਾ ਕਿ ਸਾਡੀਆਂ ਫਿਲਮਾਂ ਨੂੰ ਅੱਜ ਵੀ ਗਾਇਕਾਂ ਦੀ ਹੀ ਲੋੜ ਆ। 100% ਅਦਾਕਾਰ ਸਹੀ ਕਿਉਂ ਗੱਲ ਨਹੀਂ, ਤੁਹਾਡੀ, ਬਿਲਕੁਲ। ਅਦਾਕਾਰ ਕਿਉਂ ਨਹੀਂ ਹੈਗੇ? ਅੱਜ ਵੀ ਜਿਹੜਾ ਰੰਗਮੰਚ ਚੋਂ 10 ਬੰਦੇ ਹੋਣਗੇ ਜਿਹੜੇ ਰੋਜ਼ੀ ਰੋਟੀ ਰੰਗਮੰਚ ਚੋਂ ਕੱਢ ਰਹੇ। ਕਿਉਂਕਿ ਰੰਗਮੰਚ ਦੀ ਗੱਲ ਕਰਦੇ ਹਾਂ ਅਸੀਂ, ਭਾਈ ਮੰਨਾ ਜੀ ਪੜ੍ਹ ਲਈਏ, ਚਾਹੇ ਔਲਖ ਸਾਹਿਬ ਪੜ੍ਹ ਲਈਏ, ਇਹਦੇ ਬਹੁਤ ਸਾਰੇ ਹੋਰ ਨਾਵਲਕਾਰ, ਨਾਟਕਕਾਰ ਜਿਨ੍ਹਾਂ ਨੇ ਬਹੁਤ ਸਾਰਾ ਸਾਹਿਤ ਸਾਨੂੰ ਰਚ ਕੇ ਦਿੱਤਾ। ਉਹਨਾਂ ਦੇ ਵਿੱਚ ਭਾਸ਼ਾ ਤੋਂ ਇੱਕ ਕਿਰਦਾਰ ਸਿਰਜਿਆ ਜਾਂਦਾ ਸੀ, ਸਾਫ਼ ਪਤਾ ਲੱਗਦਾ ਸੀ ਜੇ ਕੋਈ ਪੈਸੇ ਨੂੰ ਪੈਸਾ ਬੋਲ ਰਿਹਾ ਹੈ ਤਾਂ ਉਹ ਮਾਝੇ ਦੀ ਗੱਲ ਜਾਂ ਹੋ ਰਹੀ ਹੈ, ਉਹਦਾ ਐਕਸੈਂਟ ਜਿਹੜਾ ਐਕਸੈਂਟ ਦੇਖ ਜਿਹਨੂੰ ਅਸੀਂ ਕਹਿ ਦਈਏ ਕਿ ਜੇ ਕੋਈ ਭਾਊ ਕਹਿ ਰਿਹਾ ਹੈ ਤਾਂ ਪਤਾ ਲੱਗ ਜਾਂਦਾ ਸੀਗਾ ਵੀ ਜਿਵੇਂ ਅਸੀਂ ਦੁਆਬੇ ਵਾਲੇ ਆ, ਸਾਡੇ ਕਈ ਸ਼ਬਦ ਪੱਕੇ ਹੋ ਗਏ, ਸਾਡੇ ਕੋਲ ਬੋਲ ਹੀ ਨਹੀਂ ਹੁੰਦੇ ਉਹ। ਬਿਲਕੁਲ, ਮਤਲਬ ਮੈਂ ਅਮਰੀਕਾ ਜਾ ਕੇ ਵੀ ਬੋਲਾਂ ਤਾਂ ਮੈਨੂੰ ਅੱਛਾ ਤੁਸੀਂ ਦੁਆਬੇ ਤੋਂ ਆ, ਝੱਟ ਪਤਾ ਲੱਗ ਜਾਂਦਾ। ਉਹ ਇਹਨਾਂ ਮਹਾਨ ਜਿਹੜੇ ਸੀਗੇ ਸਾਡੇ ਸਿਰਜਣਹਾਰ, ਇਹਨਾਂ ਦੇ ਲੇਖਣੀਆਂ ਚੋਂ ਉਹ ਰਿਫਲੈਕਟ ਕਰਦਾ ਸੀ, ਉਹਦੀ ਝਲਕ ਆਉਂਦੀ ਸੀ। ਬਿਲਕੁਲ, ਉਹ ਰੰਗਮੰਚ ਤੇ ਹੁਣ ਰਿਹਾ ਹੀ ਨਹੀਂ। ਹਾਂ, ਪਰ ਨਹੀਂ, ਰੰਗਮੰਚ ਪ੍ਰਤੀ ਰੰਗਮੰਚ ਨੂੰ ਅਵੇਸਲਾ ਬਹੁਤ ਕੀਤਾ। ਰੰਗਮੰਚ ਨੂੰ ਕਦੀ ਕਿਸੇ ਨੇ ਪਹਿਲ ਦੇ ਆਧਾਰ ਤੇ ਇਹਦੇ ਲਈ ਕੰਮ ਨਹੀਂ ਕੀਤਾ। ਰੰਗਮੰਚ ਅੱਜ ਵੀ ਬਹੁਤ ਬੱਚੇ ਮੈਂ ਦੇਖਦਾ ਉਹਨਾਂ ਨੂੰ, ਉਹ ਪਹਿਲਾਂ ਆਪਣਾ ਨੌਕਰੀ ਕਰਨ ਜਾਂਦੇ ਆ, ਨੌਕਰੀ ਤੋਂ ਬਾਅਦ ਆ ਕੇ ਰਿਹਰਸਲਾਂ ਕਰਦੇ ਆ, ਰਿਹਰਸਲ ਕਰਕੇ ਆ ਫਿਰ ਨਾਟਕ ਕਰਦੇ ਆ, ਕੋਈ ਸ਼ੌਕ ਮਿਲਦਾ ਉਹਨਾਂ ਨੂੰ ਕੁਛ ਨਹੀਂ। ਤੁਸੀਂ ਰੰਗਮੰਚ ਲਈ 50 ਰੁਪਏ ਦੀ ਟਿਕਟ ਰੱਖਦੇ ਹੋ ਤਾਂ ਲੋਕੀ 50 ਰੁਪਏ ਖਰਚ ਕੇ ਵੀ ਰੰਗਮੰਚ ਦੇਖਣ ਨਹੀਂ ਆਉਣਗੇ। ਉਹਨਾਂ ਨੂੰ ਲੱਗਦਾ ਵੀ ਰੰਗਮੰਚ ਤਾਂ ਫ੍ਰੀ 'ਚ ਦੇਖਣ ਵਾਲੀ ਚੀਜ਼ ਆ। ਟਿਕਟ, ਫਿਲਮ ਦੀ ਟਿਕਟ ਉਹ 500 ਰੁਪਏ ਦੀ ਵੀ ਲੈ ਲੈਣਗੇ, ਰੰਗਮੰਚ ਲਈ 100 ਰੁਪਈਆ ਜਿਹੜਾ ਖਰਚਣਾ ਉਹਨਾਂ ਲਈ ਉਹ ਔਖਾ ਲੱਗਦਾ। ਸੋ ਰੰਗਮੰਚ ਅਸਲ ਜਿਹੜਾ ਆਰਟ ਆ, ਕਲਾ ਆ, ਕਲਾ ਦਾ ਸ਼ੁੱਧ ਰੂਪ ਜਿਹੜਾ ਆ ਉਹ ਰੰਗਮੰਚ ਆ। ਅਦਾਕਾਰ ਦੀ ਜਿਹੜੀ ਅਦਾ ਦਾ ਉਹਦੇ ਅੰਦਰ ਜਿਹੜਾ ਬੇਸਿਕਸ ਆ ਉਹ ਰੰਗਮੰਚ ਪਰ, ਜਿੰਨੇ ਵੀ ਫਿਲਮ ਇੰਡਸਟਰੀ 'ਚ ਵੀ ਦੇਖੋ ਜਿੰਨੇ ਅੱਛੇ ਅਦਾਕਾਰ ਆ ਪੁਰਾਣੇ, ਉਹ ਸਾਰੇ ਰੰਗਮੰਚ 'ਚੋਂ ਆਏ ਹੋਏ ਆ। ਅੱਜ ਮੈਨੂੰ ਦੁੱਖ ਲੱਗਦਾ ਰਹਿੰਦਾ ਕਿ ਸਾਡੀ ਜਿਹੜੀ ਪੰਜਾਬੀ ਇੰਡਸਟਰੀ ਆ ਫਿਲਮ ਐਂਡ ਮਿਊਜ਼ਿਕ ਦੀ, ਉਹ ਇਸ ਤਰ੍ਹਾਂ ਦੀ ਹੋ ਗਈ ਆ ਕਿ ਉਹਨਾਂ ਨੂੰ ਚਾਹੀਦਾ ਕਿ ਫਿਲਮ ਬਣ ਗਈ, ਠੀਕ ਆ, ਕਮੇਡੀਅਨ ਆ ਗਏ, ਇੱਕ ਆ ਗਿਆ, ਹੁਣ ਇਹ ਗਾਇਕ ਲੱਭੋ। ਕਿਉਂ ਨਹੀਂ ਇੱਕ ਰੰਗਮੰਚ ਦਾ ਅੱਛਾ ਅਦਾਕਾਰ, ਕਿਉਂ ਨਹੀਂ ਰੰਗਮੰਚ ਦਾ ਕੋਈ ਅੱਛਾ ਜਿਹੜਾ ਐਕਟਰ ਆ, ਉਹਨੂੰ ਅਸੀਂ ਹੁਣ ਫਿਲਮ ਇੰਡਸਟਰੀ 'ਚ ਫਿਰ ਵੀ ਮੈਂ ਬੰਬੇ ਦੀ ਫਿਲਮ, ਬਾਲੀਵੁੱਡ ਦੀ ਮੈਂ ਪ੍ਰਸ਼ੰਸਾ ਕਰਦਾ ਕਿ ਉੱਥੇ ਇਸ ਤਰ੍ਹਾਂ ਦਾ ਨਹੀਂ ਹੈ। ਉੱਥੇ ਜਿਹੜਾ ਅਦਾਕਾਰ ਲੱਭਿਆ ਜਾਂਦਾ ਹੈ, ਉੱਥੇ ਅਦਾਕਾਰ ਨੂੰ ਮੌਕਾ ਮਿਲਦਾ। ਹਾਂ, ਪਰ ਸਾਡੇ ਇੱਥੇ ਕੋਈ ਰਿਸਕ ਲੈ ਕੇ ਖੁਸ਼ੀ ਨਹੀਂ ਹੈ। ਉਹਨੂੰ ਲੱਗਦਾ ਕਿ ਨਹੀਂ ਇਹ ਹੋ ਜਾਏਗਾ। ਪਰ ਲੇਕਿਨ ਮੇਰੀ ਤਮੰਨਾ ਆ ਔਰ ਮੈਂ ਕੋਸ਼ਿਸ਼ ਵੀ ਇਸ ਲਈ ਜ਼ਰੂਰ ਕਰਾਂਗਾ ਕਿ ਰੰਗਮੰਚ ਨੂੰ ਪਹਿਲ ਮਿਲੇ। ਰੰਗਮੰਚ ਰੀਅਲ ਫਾਰਮ ਆਫ ਆਰਟ ਹੈ। ਤੁਸੀਂ ਬਾਲੀਵੁੱਡ ਇੰਡਸਟਰੀ ਦੀ ਗੱਲ ਕੀਤੀ, ਉੱਥੇ ਪੰਜਾਬੀ ਜੋ ਹੈ ਉਹਨੂੰ ਇੱਕ ਮਜ਼ਾਕੀਆ ਪਾਤਰ ਹੀ ਬਣਾ ਕੇ ਪੇਸ਼ ਕੀਤਾ ਜਾਂਦਾ ਅੱਜ ਤੱਕ। ਸ਼ਾਇਦ ਦਿਲਜੀਤ ਦੋਸਾਂਝ ਦੀ ਆਮਦ ਨੇ ਸ਼ਾਇਦ ਉਹ ਕਿਰਦਾਰ ਨੂੰ ਬਦਲਣ ਦੀ ਕੋਸ਼ਿਸ਼ ਕੀਤੀ। ਬਹੁਤ ਸਾਰੇ ਹੁਣ ਕਲਾਕਾਰ ਨੇ ਜਿਹੜੇ ਪੰਜਾਬੀ ਬਣਦੇ ਨੇ ਸੁਹਿਰਦ ਦਿਖਾਏ ਜਾਂਦੇ ਨੇ, ਪਰ ਸ਼ਾਇਦ ਜਿੰਨਾ ਪੰਜਾਬੀ ਭਾਸ਼ਾ ਦਾ ਮਜ਼ਾਕ ਅਸੀਂ ਕਹਿ ਦਈਏ, ਅਸੀਂ ਉਡਾਉਣੇ ਜ਼ਰੂਰ ਆ, ਅਸੀਂ ਆਪਦੇ ਲੋਕ ਪੰਜਾਬੀ ਭਾਸ਼ਾ ਦਾ ਮਜ਼ਾਕ ਜ਼ਰੂਰ ਉਡਾਉਣੇ ਆ। ਕਈ ਅਜਿਹੇ ਸ਼ਬਦ ਨੇ ਸਾਨੂੰ ਉਹਨਾਂ ਤੋਂ ਸ਼ਰਮ ਆਉਂਦੀ ਹੈ ਬੋਲਣ ਤੋਂ, ਸ਼ੁੱਧ ਪੰਜਾਬੀ ਸ਼ਬਦ। ਪਰ ਜੋ ਮਜ਼ਾਕ ਸਾਡੇ ਨਾਲ ਬਾਲੀਵੁੱਡ ਇੰਡਸਟਰੀ ਕਰ ਰਹੀ ਹੈ ਉਹਨੂੰ ਕਿਵੇਂ ਦੇਖਦੇ ਹੋ? ਉਹ ਨਿਰਸੰਦੇਹ ਉਹ ਮਾੜੀ ਗੱਲ ਆ। ਕਿਸੇ ਵੀ ਜਿਹੜੀ ਕੌਮ ਆ, ਉਹਦਾ ਕੋਈ ਵੀ ਸੱਭਿਆਚਾਰ ਆ, ਭਾਰਤ ਜਿਹੜਾ ਹੈ ਵੱਖ-ਵੱਖ ਕੌਮ ਸੱਭਿਆਚਾਰਕ ਜਿਹੜੀ ਕੌਮਾਂ ਆ ਉਹਨਾਂ ਦਾ ਸੰਗ੍ਰਹਿ ਆ। ਕਿਉਂਕਿ ਜਦੋਂ ਭਾਰਤ ਦੀ ਤੁਸੀਂ ਦੇਖਦੇ ਆ ਇਹਨੂੰ ਡਾਇਵਰਸਿਟੀ ਦੇਖਦੇ ਆ ਤੇ ਦੇਖਦੇ ਆ ਕਿ ਇੱਕ ਪੰਜਾਬੀ ਸੱਭਿਆਚਾਰ ਹੈ, ਇੱਕ ਅਸਾਮ ਦਾ ਹੈ, ਇੱਕ ਸਾਊਥ ਦਾ ਇੱਕ ਵੱਖਰਾ ਹੀ ਆ, ਇੱਕ ਬੰਗਾਲ ਦਾ ਆ। ਸੋ ਇਹ ਸੱਭਿਆਚਾਰਾਂ ਦਾ ਸਮੂਹ ਆ। ਸੋ ਉਸ ਤਰੀਕੇ ਨਾਲ ਜਦੋਂ ਵੀ ਇਸ ਤਰ੍ਹਾਂ ਮੈਂ ਦੇਖਦਾ ਮੈਨੂੰ ਬੜਾ ਦੁੱਖ ਹੁੰਦਾ। ਪਰ ਮੈਨੂੰ ਹੁਣ ਬਹੁਤ ਆਸ ਜਿਹੜੀ ਆ ਦਿਲਜੀਤ ਦੋਸਾਂਝ ਦੇ ਨਾਲ ਹੋਈ ਆ ਕਿ ਉਹਨਾਂ ਨੇ ਇੱਕ ਅੱਛੇ ਕਰੈਕਟਰ ਦਾ, ਅੱਛੇ ਸਿੱਖ ਦਾ ਜਿਹੜਾ ਉੱਥੇ ਪਰਸਨੈਲਿਟੀ ਉਹਨਾਂ ਦੀ ਗਈ ਆ ਉਹ ਬਹੁਤ ਅੱਛੀ। ਔਰ ਅਗਲੀ ਆਸ ਜਿਹੜੀ ਮੈਂ
ਆ ਪਿਛਲੇ ਦਿਨਾਂ 'ਚ ਸਤਿੰਦਰ ਸਰਤਾਜ ਹੋਣਾ ਦੀ ਮੂਵੀ ਦੇਖੀ ਆ ਕਲੀ ਜੋਟਾ, ਉਹਦੇ ਤੋਂ ਵੀ ਮੈਨੂੰ ਲੱਗਿਆ ਕਿ ਹੀ ਕੈਨ ਬੀ ਆਲਸੋ ਦੇਅਰ ਐਜ਼ ਅ ਸੀਰੀਅਸ ਐਕਟਰ ਐਂਡ ਅ ਸੀਰੀਅਸ ਪਰਸਨੈਲਿਟੀ। ਸੋ ਇਹ ਦੋਵਾਂ ਦੀਆਂ ਦੋ ਪਿਕਚਰਾਂ ਜਿਹੜੀਆਂ ਦਿਲਜੀਤ ਥੋੜਾ ਦੀ ਤਾਂ ਪੰਜਾਬ 1984 ਔਰ ਜਿਹੜੀ ਕਲੀ ਜੋਟਾ, ਇਹ ਦੋਵੇਂ ਮੈਨੂੰ ਲੱਗਿਆ ਕਿ ਦੋਵੇਂ ਸਿਨੇਮਾ, ਅਸਲ ਸਿਨੇਮਾ ਆ ਜਿਹੜਾ ਸਿਨੇਮਾ ਦਾ ਤਾਂ ਇਹੀ ਹੈ ਨਾ ਕਿ ਸਮਾਜਿਕਤਾ ਨੂੰ ਤੁਸੀਂ ਵੱਡੇ ਪਰਦੇ ਤੇ ਦਿਖਾਉਣਾ, ਉਹ ਅਸਲ 'ਚ ਹੈਗਾ। ਸੋ ਮੈਂ ਇਹਨਾਂ ਦੋਵਾਂ ਫਿਲਮਾਂ ਨੇ ਖਾਸ ਤੌਰ ਤੇ ਹੁਣ ਜਿਹੜੀ ਰੀਸੈਂਟਲੀ ਆਈ ਆ, ਮੈਂ ਬਹੁਤ ਰਾਹਤ ਔਰ ਖੁਸ਼ੀ ਮਹਿਸੂਸ ਕਰ ਰਿਹਾ ਇਸ ਫਿਲਮ ਨੂੰ ਦੇਖ ਕੇ, ਔਰ ਆਸ ਕਰਦਾ ਆ ਕਿ ਇਵੇਂ ਹੀ ਦਿਲਜੀਤ ਦੋਸਾਂਝ ਵਾਂਗ ਸਤਿੰਦਰ ਸਰਤਾਜ ਜੀ ਵੀ ਬਾਲੀਵੁੱਡ ਤੱਕ ਦਾ ਸਫ਼ਰ ਕਰਨ, ਔਰ ਮੈਂ ਆਈ ਵਿਲ ਬੀ ਵੈਰੀ ਹੈਪੀ। ਬਾਲੀ ਸਾਹਿਬ, ਆਪਾਂ ਅੱਜ ਦੀ ਜਿਹੜੀ ਗੱਲਬਾਤ ਚਰਚਾ ਇਹਦਾ ਨਿਚੋੜ ਕੱਢਦੇ ਹਾਂ ਕਿ ਕਿਹਾ ਜਾਂਦਾ ਹੈ ਕਿ ਮਾਂ ਬੋਲੀ ਖਤਮ ਹੁੰਦੀ ਜਾ ਰਹੀ ਹੈ, ਪਰ ਕਹਿਣ ਵਾਲੇ ਇਹ ਵੀ ਕਹਿੰਦੇ ਨੇ ਕਿ ਇਹ ਕਦੇ ਖਤਮ ਨਹੀਂ ਹੁੰਦੀ, ਇਹ ਸਮੁੰਦਰ ਹੈ, ਇਹ ਕਦੇ ਸੁੱਕੂਗਾ ਨਹੀਂ, ਇਹਦੇ ਵਿੱਚ ਚਾਹੇ ਜਿੰਨੀਆਂ ਮਰਜ਼ੀ ਬਾਲਟੀਆਂ ਭਰ ਲੈ ਜਾਣ, ਜੋ ਮਰਜ਼ੀ ਹੋ ਜੇ। ਪਰ ਤੁਹਾਨੂੰ ਕੀ ਲੱਗਦਾ ਅਸਲ ਸੱਚਾਈ ਕੀ ਲੱਗਦੀ ਹੈ ਕਿ ਅੱਜ ਤੋਂ 20 ਸਾਲ ਬਾਅਦ ਪੰਜਾਬੀ ਕਿੱਥੇ ਖੜੀ? ਮੈਂ ਤੁਹਾਨੂੰ ਦੱਸਦਾ, ਮੈਂ ਨਾ ਇਸ ਗੱਲ ਤੇ ਭਰਮ 'ਚ ਕੋਈ ਰਹਿਣਾ ਨਹੀਂ ਚਾਹੀਦਾ ਕਿ ਜੀ ਪੰਜਾਬੀ ਖਤਮ ਨਹੀਂ ਹੋਊਗੀ, ਕਿਉਂਕਿ ਜਦੋਂ ਇਹ ਉਹੀ ਧਰਤੀ ਆ ਜਿਹਦਾ ਪਹਿਲਾ ਨਾਂ ਸਪਤ ਸਿੰਧ ਸੀ। ਜਦੋਂ 7 ਦਰਿਆ ਸੀ ਇੱਥੇ ਨਾ, ਸਤਲੁਜ, ਬਿਆਸ, ਰਾਵੀ, ਚਨਾਬ, ਜੇਹਲਮ, ਘੱਗਰ, ਸਿੰਧ, ਫਿਰ ਸਿੰਧ ਵੱਖਰਾ ਸੂਬਾ ਬਣ ਗਿਆ, ਘੱਗਰ ਅਲੋਪ ਹੋ ਗਿਆ ਤੇ 5 ਰਹਿ ਗਏ, 5 ਤੋਂ ਪੰਜਾਬ ਬਣ ਗਿਆ। ਤੇ ਪੰਜਾਬ ਜਦੋਂ ਬਣਿਆ ਤੇ ਫਿਰ ਉਦੋਂ ਇਹਦੀ ਭਾਸ਼ਾ ਸਪਤ ਸਿੰਧ ਵੇਲੇ ਸੰਸਕ੍ਰਿਤ ਸੀ। ਜਦੋਂ ਤੇ ਰਿਗਵੇਦ ਵਰਗਾ ਮਹਾਨ ਗ੍ਰੰਥ, ਦੁਨੀਆ ਦਾ ਸਭ ਤੋਂ ਪ੍ਰਾਚੀਨ ਗ੍ਰੰਥ, ਜਦੋਂ ਰਾਮਾਇਣ, ਮਹਾਭਾਰਤ, ਉਪਨਿਸ਼ਦ, ਪੁਰਾਣ, ਗਾਇਤਰੀ ਮੰਤਰ, ਇਹ ਸਭ ਕੁਝ ਪੰਜਾਬ ਦੀ ਧਰਤੀ ਤੇ ਸੰਸਕ੍ਰਿਤ ਵਿੱਚ ਰਚਿਆ ਗਿਆ। ਅੱਜ ਹਾਲਾਤ ਕੀ ਆ ਸੰਸਕ੍ਰਿਤ ਦੇ ਕਿ ਨਾ ਸੰਸਕ੍ਰਿਤ ਨੂੰ ਕੋਈ ਪੜ੍ਹਨ ਵਾਲਾ ਇੱਥੇ ਆ, ਨਾ ਕੋਈ ਬੋਲਣ ਵਾਲਾ ਇੱਥੇ ਆ, ਨਾ ਕੋਈ ਸਮਝਣ ਵਾਲਾ ਇੱਥੇ ਆ। ਅੱਜ ਇਹ ਭਾਸ਼ਾ, ਜਿਸ ਭਾਸ਼ਾ ਵਿੱਚ ਰਿਗਵੇਦ, ਜਿਹਨੂੰ ਸਮੁੱਚੀ ਜਿਹੜੀ ਗਿਆਨ ਆ ਸਾਡੀ ਅੱਜ ਦਾ, ਉਹਦਾ ਸਰੋਤ ਸਮਝਿਆ ਜਾਂਦਾ, ਰਿਗਵੇਦ ਸਾਡਾ ਸੋਰਸ ਆ। ਰਿਗਵੇਦ ਤੋਂ ਅੱਗੇ ਸਾਡੀ ਸੱਭਿਅਤਾ ਕਿਸ ਤਰ੍ਹਾਂ ਦੀ ਸੀ, ਕਿਸ ਤਰ੍ਹਾਂ ਦਾ ਜੀਵਨ ਸੀ ਉਸ ਵੇਲੇ, ਸਾਡਾ ਸੋਰਸ ਜਿਹੜਾ ਦੈਟ ਇਜ਼ ਦੀ ਓਨਲੀ ਰਿਗਵੇਦ। ਜਦੋਂ ਅੱਜ ਉਸ ਸੰਸਕ੍ਰਿਤ ਨੂੰ ਪੜ੍ਹਨ ਲਿਖਣ ਬੋਲਣ ਵਾਲੇ ਲੋਕ ਨਹੀਂ ਰਹੇ, ਤਾਂ ਜੇ ਅੱਜ ਅਸੀਂ ਪੰਜਾਬੀ ਨੂੰ ਚੰਗੀ ਤਰ੍ਹਾਂ ਪੜ੍ਹਾਇਆ ਨਹੀਂ, ਲਿਖਾਇਆ ਨਹੀਂ ਤੇ ਬੋਲਣ ਲਈ ਨਹੀਂ ਲਾਇਆ, ਤਾਂ ਇਹ ਵੀ ਇਵੇਂ ਜਾ ਸਕਦੀ ਆ। ਕਿਉਂਕਿ ਭਾਸ਼ਾ ਦਾ ਸੰਬੰਧ ਜਿਹੜਾ ਆ, ਇਹ ਕੋਈ ਦਰਖਤਾਂ ਨਾਲ, ਬਿਲਡਿੰਗਾਂ ਨਾਲ, ਗੱਡੀਆਂ ਨਾਲ, ਘੜੀਆਂ ਨਾਲ, ਬ੍ਰਾਂਡਾਂ ਨਾਲ ਨਹੀਂ ਹੈ। ਇਹਦਾ ਸਿੱਧਾ ਤੇ ਸਿੱਧਾ ਸੰਬੰਧ ਜਿਹੜਾ ਆ ਇਨਸਾਨਾਂ ਨਾਲ ਆ, ਜਿਹੜੇ ਉਸ ਧਰਤੀ ਤੇ ਜੀ ਰਹੇ ਆ, ਉਹ ਸੱਭਿਆਚਾਰ 'ਚ ਜੀ ਰਹੇ ਆ। ਉਹ ਸੱਭਿਆਚਾਰ ਉਹੋ ਜਿਹੇ ਲੋਕ ਪੈਦਾ ਕਰਦਾ, ਉਹੀ ਸੱਭਿਆਚਾਰ ਭਾਸ਼ਾ ਪੈਦਾ ਕਰਦੀ ਆ। ਜੇ ਸੰਸਕ੍ਰਿਤ ਅਲੋਪ ਹੋ ਸਕਦੀ ਆ, ਅੱਜ ਮੈਂ ਇੱਕ ਗੱਲ ਤੁਹਾਨੂੰ ਦੱਸਦਾ ਕਿ ਜਦੋਂ ਮੈਂ ਅਮਰੀਕਾ, ਕੈਨੇਡਾ 'ਚ ਜਾਂਦਾ, ਮੈਂ ਅੱਜ ਦੇਖਦਾ ਕਿ ਉੱਥੇ ਗੁਰਦੁਆਰਾ ਸਾਹਿਬ ਦੇ ਜਿਹੜੇ ਗੁਰਦੁਆਰਾ ਸਾਹਿਬਾਨ ਆ, ਉਹਨਾਂ ਦੇ ਬਾਹਰ ਹੁਣ ਅੰਗਰੇਜ਼ੀ 'ਚ ਹੁਕਮਨਾਮਾ ਲਿਖਿਆ ਜਾਂਦਾ। ਕਿਉਂ ਲਿਖਦੇ ਹਾਂ ਅਸੀਂ ਹੁਕਮਨਾਮਾ ਅੰਗਰੇਜ਼ੀ 'ਚ? ਕਿਉਂਕਿ ਸਾਡੇ ਬੱਚੇ ਗੁਰਮੁਖੀ 'ਚ ਹੁਕਮਨਾਮਾ ਪੜ੍ਹਨ ਤੋਂ ਅਸਮਰੱਥ ਹੋ ਗਏ। ਸੋ ਇਟ ਇਜ਼ ਦ ਫਰਸਟ ਵਿਸਲ, ਇਹ ਪਹਿਲੀ ਸੀਟੀ ਆ ਸਾਨੂੰ ਜਗਾਉਣ ਲਈ ਕਿ ਜਿਹੜੇ ਤੁਹਾਡੇ ਵਿਦੇਸ਼ਾਂ 'ਚ ਪੜ੍ਹਦੇ ਬੱਚੇ ਆ, ਉਹ ਉਸ ਭਾਸ਼ਾ ਨੂੰ ਪੜ੍ਹਨ ਤੋਂ ਅਸਮਰੱਥ ਹੋ ਗਏ ਆ। ਹਲੇ ਸਮਝ ਰਹੇ ਆ ਕਿਉਂਕਿ ਉਹਨਾਂ ਦੇ ਦਾਦਾ ਦਾਦੀ ਔਰ ਉਹਨਾਂ ਦੇ ਮਾਂ-ਬਾਪ ਉਸ ਤਰੀਕੇ ਨਾਲ ਘਰ 'ਚ ਪੰਜਾਬੀ ਬੋਲਦੇ ਆ, ਇਸ ਕਰਕੇ ਉਹ ਸਮਝ ਰਹੇ ਆ। ਜਦੋਂ ਦਾਦਾ ਦਾਦੀ ਗਏ, ਮਾਂ-ਬਾਪ ਦਾਦਾ ਦਾਦੀ ਬਣੇ, ਉਹ ਬੱਚੇ ਵੱਡੇ ਹੋਏ, ਉਹਨਾਂ ਦੀ ਪੰਜਾਬੀ ਦੀ ਵਰਤੋਂ ਉਨੀ ਘਟ ਜਾਣੀ ਆ। ਜਦੋਂ ਉਹਨਾਂ ਦੀ ਪੀੜ੍ਹੀ ਅੱਗੇ ਆਈ ਤਾਂ ਵਰਤੋਂ ਜਿਹੜੀ ਹੋਰ ਘਟ ਜਾਣੀ ਹੈ। ਜਦੋਂ ਦੁਨੀਆ ਦੀਆਂ ਹਜ਼ਾਰਾਂ ਭਾਸ਼ਾਵਾਂ ਹੈ, ਕੀ ਮੈਨੂੰ ਸਾਰੀਆਂ ਆਉਣੀਆਂ? ਜਦੋਂ ਮੈਂ ਕਿਸੇ ਭਾਸ਼ਾ ਨੂੰ ਪੜ੍ਹਨੋਂ, ਲਿਖਣੋਂ, ਬੋਲਣੋਂ ਨਹੀਂ ਕਰਦਾ ਉਹਨੂੰ, ਤਾਂ ਮੈਂ ਉਹਨੂੰ ਸਮਝਣ ਤੋਂ ਅਸਮਰੱਥ ਹੋ ਜਾਣਾ। ਅੱਜ ਸੰਸਕ੍ਰਿਤ ਮੈਨੂੰ ਨਹੀਂ ਆਉਂਦੀ, ਮੈਂ ਹਿੰਦੂ ਪਰਿਵਾਰ 'ਚ ਜੰਮਿਆ, ਮੈਂ ਬ੍ਰਾਹਮਣ ਪਰਿਵਾਰ 'ਚ ਜੰਮਿਆ, ਮੇਰੇ ਘਰ 'ਚ ਜਿਹੜੇ ਗ੍ਰੰਥ ਪਏ ਆ, ਪਰ ਮੈਨੂੰ ਨਹੀਂ ਆਉਂਦਾ, ਨਹੀਂ ਮੈਂ ਸਿੱਖੀ। ਇਹ ਮੇਰੇ ਲਈ ਦੁੱਖ ਦੀ ਗੱਲ ਆ ਕਿ ਮੈਨੂੰ ਨਹੀਂ ਆਉਂਦੀ। ਸੋ ਜਦੋਂ ਅਸੀਂ ਵਿਆਹਾਂ ਦੇ ਸਮਾਗਮਾਂ 'ਤੇ ਪੰਡਤ ਮੰਤਰ ਬੋਲਦਾ, ਉਹ ਨਾ ਵਿਆਹ ਵਾਲੇ ਮੁੰਡੇ ਨੂੰ ਪਤਾ ਹੁੰਦਾ ਇਹਦਾ ਮੰਤਰ ਦਾ ਅਰਥ ਕੀ ਆ, ਨਾ ਵਿਆਹ ਵਾਲੀ ਕੁੜੀ ਨੂੰ ਪਤਾ ਹੁੰਦਾ, ਆਲੇ ਦੁਆਲੇ ਵਾਲੇ ਮੈਨੂੰ ਨਹੀਂ ਪਤਾ ਹੁੰਦਾ, ਕਿਉਂਕਿ ਅਸੀਂ ਨਹੀਂ ਉਸ ਭਾਸ਼ਾ ਨੂੰ ਸਮਝਣ ਤੋਂ ਅਸੀਂ ਸਮਰੱਥ ਹੋ ਗਏ ਹਾਂ। ਤਾਂ ਇਸ ਕਰਕੇ ਮੈਂ ਚੌਕਸ ਮੈਂ ਡਰਿਆ ਨਾ ਮੈਂ ਡਰਾ ਰਿਹਾ, ਪਰ ਮੈਂ ਚੌਕਸ ਜ਼ਰੂਰ ਕਰ ਰਿਹਾ ਕਿ ਪੰਜਾਬੀਆਂ ਨੂੰ ਤੁਸੀਂ ਆਪਣੇ ਘਰਾਂ 'ਚ
ਪੰਜਾਬੀ ਬੱਚੇ ਪੈਦਾ ਕਰੋ। ਜੀ ਸਿਰਫ ਬਾਇਓਲੋਜੀਕਲੀ ਆਪਣੇ ਬੱਚੇ ਪੈਦਾ ਕਰਕੇ ਤੁਸੀਂ ਪੰਜਾਬੀ ਬੱਚੇ ਨਹੀਂ ਸਿਰਜ ਰਹੇ। ਜੇ ਉਹਨਾਂ ਦੇ ਸੁਭਾਅ ਨਹੀਂ ਪੰਜਾਬੀ ਹੈ ਤਾਂ ਉਹ ਪੰਜਾਬੀ ਬੱਚੇ ਨਹੀਂ ਹੈ। ਬੱਚੇ ਹੈ ਤੁਹਾਡੇ ਨਿਰਸੰਦੇਹ, ਪਰ ਪੰਜਾਬੀ ਬੱਚੇ ਨਹੀਂ ਹੈ। ਜੇ ਪੰਜਾਬੀ ਬੱਚੇ ਸਿਰਜਣੇ ਆ ਫਿਰ ਉਹਨਾਂ ਨੂੰ ਪੰਜਾਬੀਅਤ ਨਾਲ ਜੋੜੋ, ਉਹਨਾਂ ਨੂੰ ਪੰਜਾਬੀ ਭਾਸ਼ਾ ਨਾਲ ਜੋੜੋ, ਤਾਂ ਹੀ ਪੰਜਾਬ ਸੁਰੱਖਿਅਤ ਆ, ਤਾਂ ਹੀ ਸਾਡੀ ਇਹ ਰੱਥ ਜਿਹੜਾ ਆਇਆ ਤਾਂ ਹੀ ਅੱਗੇ ਜਾਣਾ ਹੈ। ਸੋ ਮੈਂ ਇਹੀ ਕਹਿਣਾ ਕਿ ਤੁਸੀਂ ਆਪਣੇ ਆਲੇ ਦੁਆਲੇ 'ਚ ਪੰਜਾਬੀਅਤ ਦਾ ਮਾਹੌਲ ਪੈਦਾ ਕਰੋ। ਆਪਣੇ ਘਰ 'ਚ ਮੇਰੇ ਘਰ 'ਚ ਤੁਸੀਂ ਆਓਗੇ, ਤੁਸੀਂ ਮੇਰੇ ਬੇਟੇ ਨੂੰ ਦੇਖੋਗੇ ਤਾਂ ਸਹਿਜ ਸੁਭਾਅ ਵਾਲੀ ਪੰਜਾਬੀ ਬੋਲੇਗਾ, ਕਿਉਂਕਿ ਮੇਰਾ ਪਹਿਲਾਂ ਤੋਂ ਹੀ ਇਹ ਮੇਰਾ ਤੈਅ ਸੀ ਕਿ ਮੈਂ ਇਹਦੇ ਨਾਲ ਫੈਬਰੀਕੇਟਡ ਲੈਂਗੁਏਜ 'ਚ ਗੱਲ ਨਹੀਂ ਕਰਨੀ। ਮੈਂ ਸ਼ਬਦ ਬਣਾ ਕੇ ਇਹਦੇ ਨਾਲ ਗੱਲ ਨਹੀਂ ਕਰਨੀ। ਮੈਂ ਇਹਦੇ ਨਾਲ ਉਸੇ ਤਰ੍ਹਾਂ ਗੱਲ ਕਰਨੀ ਜਿਸ ਤਰ੍ਹਾਂ ਮੈਂ ਆਪਣੇ ਮਾਤਾ ਪਿਤਾ ਨਾਲ ਕਰਦਾ, ਉਸੇ ਤਰ੍ਹਾਂ ਮੈਂ ਆਪਣੇ ਬੱਚੇ ਨਾਲ ਕਰਾਂਗਾ। ਮੈਂ ਜਾਂ ਤੁਸੀਂ, ਅਸੀਂ ਤੇ ਬ੍ਰਿਜ ਜਨਰੇਸ਼ਨ ਆ, ਅਸੀਂ ਪੁਲ ਪੀੜ੍ਹੀ ਆ। ਸਾਡਾ ਇਹ 'ਤੇ ਕਬਜ਼ਾ ਨਹੀਂ ਹੈ, ਅਸੀਂ ਤਾਂ ਪੁਲ ਆ ਮਾਂ-ਬਾਪ ਤੇ ਬੱਚਿਆਂ ਦੇ ਵਿਚਕਾਰ। ਅਸੀਂ ਮਾਂ-ਬਾਪ ਕੋਲੋਂ ਵਿਰਾਸਤ ਲੈਣੀ ਆ ਤੇ ਆਪਣੇ ਕੋਲ ਰੱਖ ਕੇ ਉਹਨੂੰ ਵਧੀਆ ਕਰਕੇ ਬੱਚੇ ਨੂੰ ਦੇ ਦੇਣੀ ਆ। ਇਹ ਜ਼ਿੰਮੇਵਾਰੀ ਵਾਲਾ ਰੋਲ ਨਿਭਾਉਣ ਦੀ ਲੋੜ ਹੈ। ਬਹੁਤ ਬਹੁਤ ਧੰਨਵਾਦ ਸਰ। ਸ਼ੁਕਰੀਆ ਜੀ, ਬਹੁਤ ਬਹੁਤ। ਦੋਸਤੋ, ਇਹ ਇੰਟਰਵਿਊ ਅਸੀਂ ਸਿੱਧੇ ਤੌਰ ਤੇ ਕਹੀਏ ਕਿ ਪੰਜਾਬੀ ਭਾਸ਼ਾ ਦੇ ਲਈ ਕੀਤੀ ਹੈ। ਇਹ ਇੰਟਰਵਿਊ ਕੀਤੀ ਹੈ ਕਿ ਅੱਜ ਤੋਂ 20-25 ਸਾਲਾਂ ਬਾਅਦ ਜਦੋਂ ਅਸੀਂ ਆਪ ਦਾ ਭਵਿੱਖ ਦੇਖਾਂਗੇ ਤਾਂ ਆਪਦੇ ਨਾਲ ਨਾਲ ਅਸੀਂ ਪੰਜਾਬੀ ਨੂੰ ਕਿੱਥੇ ਦੇਖਾਂਗੇ। ਅੱਜ ਲੋੜ ਹੈ ਕਿ ਅਸੀਂ ਪੰਜਾਬੀ ਭਾਸ਼ਾ ਦੇ ਲਈ ਉਹ ਕੰਮ ਕਰੀਏ ਕਿ ਸਾਨੂੰ ਅਸੀਸਾਂ ਮਿਲਣ ਕਿ ਤੁਹਾਡੀ ਉਮਰ ਮਾਂ ਬੋਲੀ ਜਿੰਨੀ ਹੋਵੇ। ਉਹਦੇ ਲਈ ਤੁਹਾਡੇ ਯੋਗਦਾਨ ਦੀ ਵੀ ਲੋੜ ਹੈ। ਅਸੀਂ ਵੀ ਆਪਦੀ ਕੋਸ਼ਿਸ਼ ਕਰਦੇ ਰਹਾਂਗੇ। ਆਓ ਰਲ ਕੇ ਇੱਕ ਹੰਭਲਾ, ਇੱਕ ਉੱਦਮ ਅਜਿਹਾ ਕਰੀਏ, ਪੰਜਾਬੀ ਭਾਸ਼ਾ ਨੂੰ ਬਚਾਈਏ ਤੇ ਖਾਸ ਤੌਰ ਤੇ ਆਪਣੇ ਕਿਰਦਾਰ ਨੂੰ, ਆਪਣੇ ਵਜੂਦ ਨੂੰ ਜਿਉਂਦਾ ਰੱਖੀਏ।